ਦੇ ਮਹਾਰਾਜ ਜੀ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ ਦੂਰ ਨੇੜੇ ਤੋਂ ਚੱਲ ਕੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦੇ ਕੇ ਮਨ ਮਤ ਦਾ ਨਾਸ਼ ਕਰਦੇ ਹਨ। ਜੋ ਇਹ ਵਡਮੁੱਲਾ ਜਨਮ ਮਨੁੱਖਾ ਜਨਮ ਮਿਲਿਆ ਹੈ, ਇਸ ਜਨਮ ਨੂੰ ਕਿਵੇਂ ਸਫਲਿਆਂ ਕਰਨਾ ਹੈ, ਉਹ ਵਿਦ, ਉਹ ਜੁਗਤੀ, ਉਹ ਨੁਕਤੇ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਸ ਜੀਵਨ ਦੇ ਅੰਦਰ ਮਾਨਸਿਕ ਤਲ ਤੇ ਅਸੀਂ ਸਤ, ਸੰਤੋਖ, ਦਇਆ, ਧਰਮ, ਖਿਮਾ ਇਹ ਗੁਣ ਇਕੱਠੇ ਕਰਨੇ ਨੇ ਔਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਰਗੇ ਅਵਗਣ ਇਹਨਾਂ ਵਿਕਾਰਾਂ ਦਾ ਅਸੀਂ ਤਿਆਗ ਕਰਨਾ ਹੈ, ਜਿਹਦੇ ਨਾਲ ਸਾਡੇ ਮਨ ਵਿੱਚੋਂ ਦੀ ਨਫ਼ਰਤ, ਈਰਖਾ ਇਹ ਖਤਮ ਹੋ ਜਾਏ। ਪਰ ਦੂਸਰੇ ਪਾਸੇ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਈਰਖਾ ਭਰੀ ਹੈ, ਨਫ਼ਰਤ ਭਰੀ ਹੈ, ਹੰਕਾਰ ਭਰਿਆ ਹੈ, ਜੋ ਕਿਸੇ ਵੀ ਤਰ੍ਹਾਂ ਇਹ ਗੁਰਤਾ ਗੱਦੀ ਨੂੰ ਹਾਸਲ ਕਰਨਾ ਚਾਹੁੰਦਾ ਹੈ। ਝੂਠੀਆਂ ਤੌਹਮਤਾਂ ਲਾ ਕੇ ਜਾਂ ਇਸ ਤਰ੍ਹਾਂ ਕਹਿ ਲਓ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਖਿਲਾਫ ਝੂਠੀਆਂ ਵਿਉਂਤਾਂ ਬਣਾ ਕੇ ਕਿਸੇ ਵੀ ਤਰ੍ਹਾਂ ਇਹਨੂੰ ਗੁਰਤਾ ਗੱਦੀ ਚਾਹੀਦੀ ਹੈ। ਜੋ ਸਮੇਂ ਦਾ ਬਾਦਸ਼ਾਹ ਹੈ ਜਹਾਂਗੀਰ, ਇਹਦੇ ਦਰਬਾਰ ਦਾ ਜੋ ਦੀਵਾਨ ਹੈ ਚੰਦੂ, ਪ੍ਰਿਥੀ ਚੰਦ ਔਰ ਚੰਦੂ ਦੀ ਆਪਸੀ ਗੱਲਬਾਤ, ਜਿਹਦੇ ਵਿੱਚ ਚੰਦੂ ਨੇ ਭਰੋਸਾ ਦਿਵਾਇਆ ਕਿ ਤੂੰ ਚਿੰਤਾ ਨਾ ਕਰ, ਕਿਸੇ ਵੀ ਤਰ੍ਹਾਂ ਮੈਂ ਗੁਰੂ ਅਰਜਨ ਦੇਵ ਜੀ ਨੂੰ ਬੰਦੀ ਬਣਾ ਲਾਂਗਾ ਜਾਂ ਉਹਨਾਂ ਨੂੰ ਮੈਂ ਕੈਦਖਾਨੇ ਦੇ ਵਿੱਚ ਪਾ ਕੇ ਬਾਦਸ਼ਾਹ ਕੋਲੋਂ ਹੁਕਮ ਜਾਰੀ ਕਰਵਾ ਕੇ ਤੈਨੂੰ ਗੁਰਤਾ ਗੱਦੀ ਜਿਹੜੀ ਹੈ ਇਹ ਦਵਾ ਕੇ ਹੀ ਰਵਾਂਗਾ। ਤੋ ਸਮਾਂ ਪਾਇਆ, ਚੰਦੂ ਜਹਾਂਗੀਰ ਦੇ ਦਰਬਾਰ ਦੇ ਵਿੱਚ ਜਹਾਂਗੀਰ ਨਾਲ ਗੱਲਬਾਤ ਕਰਦਾ ਹੈ, ਪਰ ਜਹਾਂਗੀਰ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ, ਗੁਰੂ ਸਾਹਿਬ ਜੀ ਦਾ ਦਰ ਕੈਸਾ ਹੈ, ਜਿੱਥੇ ਵੈਰ ਵਿਰੋਧ ਦੀ ਭਾਵਨਾ ਪ੍ਰਗਟ ਨਹੀਂ ਕੀਤੀ ਜਾਂਦੀ, ਜਿੱਥੇ ਇਹ ਸਿਖਾਇਆ ਜਾਂਦਾ ਹੈ ਕਿ ਤੁਹਾਡੀ ਇੱਕ ਦਿਨ ਅਵਸਥਾ ਐਸੀ ਹੋ ਜਾਏ ਜਿੱਥੇ ਆ ਕੇ ਵਿਸਰ ਗਈ ਸਭ ਤਾਤ ਪਰ ਆਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ। ਜਾਂ ਇਸ ਤੋਂ ਪਹਿਲਾਂ ਵੀ ਪ੍ਰਿਥੀ ਚੰਦ ਜਹਾਂਗੀਰ ਦੇ ਦਰਬਾਰ ਤੱਕ ਆਪਣੀ ਫਰਿਆਦ ਲੈ ਕੇ ਜਾ ਚੁੱਕਾ ਹੈ। ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਜਹਾਂਗੀਰ ਦੇ ਮਨ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਦੇ ਪ੍ਰਤੀ ਕੋਈ ਵੈਰ ਦੀ ਭਾਵਨਾ ਨਹੀਂ, ਪਰ ਜਿਹੜੇ ਆਸ-ਪਾਸ ਦੇ ਝੂਠ ਦੇ ਪੁਲੰਦੇ ਨੇ, ਉਹਨਾਂ ਨੇ ਝੂਠ ਦਾ ਪਸਾਰਾ ਹੀ ਇੰਨਾ ਪਸਾਰ ਦਿੱਤਾ ਕਿ ਸਮੇਂ ਦੇ ਬਾਦਸ਼ਾਹ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਖਿਲਾਫ ਜਿਹੜਾ ਉਹ ਹੁਕਮ ਜਾਰੀ ਕਰਨਾ ਪਿਆ, ਉਹ ਅਗਾਂਹ ਜਾ ਕੇ ਇਤਿਹਾਸ ਵਿੱਚ ਜ਼ਿਕਰ ਆਏਗਾ। ਮੁਰਤਜ਼ਾ ਖਾਨ ਦਾ ਵੀ ਜ਼ੋਰ ਲੱਗਾ ਹੋਇਆ ਹੈ, ਪ੍ਰਿਥੀ ਚੰਦ ਦਾ ਵੀ ਜ਼ੋਰ ਲੱਗਾ ਹੈ। ਔਰ ਜਦੋਂ ਅੰਮ੍ਰਿਤਮਈ ਬਾਣੀ ਦੀ ਇਕੱਤਰਤਾ ਹੋ ਰਹੀ ਹੈ ਰਾਮਸਰ ਦੇ ਅਸਥਾਨ ਤੇ, ਲਾਹੌਰ ਤੋਂ ਜਿਹੜੇ 4 ਭਗਤ ਚੱਲ ਕੇ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਸਰੀਰ ਛੱਡ ਚੁੱਕਾ ਹੈ, ਉਹ ਜਿਹੜੇ 3 ਭਗਤ ਨੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਜ਼ੋਰ ਲੱਗਾ ਹੈ ਕਿ ਅਸੀਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਖਿਲਾਫ ਗੱਲ ਕਰਨੀ ਹੈ। ਹੁਣ ਇਹ ਸਾਰੇ ਹੀ ਜਿਹੜੇ ਆ ਆਪਣੇ ਵੱਲੋਂ ਵਿਉਂਤਬੰਦੀਆਂ ਬਣਾ ਰਹੇ ਨੇ ਵੀ ਕਿਸੇ ਤਰ੍ਹਾਂ ਸਮੇਂ ਦੇ ਬਾਦਸ਼ਾਹ ਜਹਾਂਗੀਰ ਕੋਲੋਂ ਹੁਕਮ ਜਾਰੀ ਕਰਵਾ ਲਈਏ। ਲੜੀਵਾਰ ਇਤਿਹਾਸ ਵਿੱਚ ਆਪ ਜੀ ਨੇ ਸੁਣਿਆ ਕਿ ਕਿੰਨੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਚੰਦੂ ਨੇ ਕੀਤੀਆਂ, ਹਵਾਲੇ ਵੀ ਬੜੇ ਦਿੱਤੇ, ਪਰ ਜਹਾਂਗੀਰ ਹਜੇ ਇਸ ਚੰਦੂ ਦੀ ਗੱਲ ਵਿੱਚ ਨਹੀਂ। ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੋ ਕੁਝ ਵੀ ਤੁਹਾਡੇ ਰਾਜ ਦੇ ਵਿੱਚ ਚੋਰੀ ਹੁੰਦਾ ਹੈ, ਇਹ ਸਭ ਕੁਝ ਕਰਵਾਉਣ ਵਾਲੇ ਗੁਰੂ ਅਰਜਨ ਦੇ ਪਾਤਸ਼ਾਹ। ਇੱਥੋਂ ਤੱਕ ਵੀ ਚੰਦੂ ਨੇ ਜਹਾਂਗੀਰ ਦੇ ਸਾਹਮਣੇ ਇਹ ਗੱਲ ਰੱਖੀ ਹੈ। ਅਗਲੇਰੇ ਇਤਿਹਾਸ ਦੇ ਵਿੱਚ ਕਵੀ ਜੀ ਹੋਰ ਕੀ ਜ਼ਿਕਰ ਕਰ ਰਹੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ। ਸ਼ਾਹੋ ਕਹਿਓ ਪਿਤੇ ਅਕਬਰ ਮੇਰੋ ਅਰਪੇ ਗ੍ਰਾਮ ਕਿਤੇ ਕਿਤੇ ਪਾਸ। ਜਦੋਂ ਕਾਫੀ ਗੱਲਾਂ ਵਧਾ ਚੜਾ ਕੇ, ਝੂਠੀਆਂ ਗੱਲਾਂ ਬਣਾ ਕੇ, ਜਿਹਦੇ ਵਿੱਚ ਬਿਲਕੁਲ ਸੱਚ ਨਹੀਂ ਹੈ, ਜਿਹਦੇ ਵਿੱਚ ਨਿਰੋਲ ਝੂਠ ਹੀ ਝੂਠ ਹੈ, ਝੂਠ ਦੀਆਂ ਕਹਾਣੀਆਂ ਘੜ ਕੇ ਸੁਣਾਈਆਂ, ਫਿਰ ਕਹਿੰਦੇ ਸ਼ਾਹੋ ਕਹਿਓ, ਭਾਵ ਜਹਾਂਗੀਰ ਨੇ ਆਖਿਆ ਕਿ ਜਿਹੜਾ ਮੇਰਾ ਪਿਤਾ ਹੈ ਅਕਬਰ, ਸੁਣਿਆ ਹੈ ਕਿ ਉਹਨਾਂ ਨੇ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਜਦੋਂ ਅਕਬਰ ਬਾਦਸ਼ਾਹ ਆਉਂਦਾ ਹੈ ਤਾਂ ਉਸ ਵੇਲੇ ਉਹ ਲੰਗਰ ਪੰਗਤ ਵਿੱਚ ਬੈਠ ਕੇ ਜਦੋਂ ਲੰਗਰ ਛਕਦਾ, ਕਿੰਨਾ ਮਨ ਪ੍ਰਭਾਵਿਤ ਹੋਇਆ। ਉਹਨਾਂ ਆਖਿਆ ਵੀ ਮੈਂ ਸ਼ਾਹੀ ਖਜ਼ਾਨੇ ਵਿੱਚੋਂ ਇਹ ਲੰਗਰ ਵਾਸਤੇ ਕੁਝ ਭੇਟ ਕਰਨਾ ਚਾਹੁੰਦਾ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ ਕਿ ਇਹ ਲੰਗਰ ਜਿਹੜਾ ਇਹਦੇ ਵਿੱਚ ਸੰਗਤਾਂ ਆਪਣਾ ਦਸਵੰਧ ਇਕੱਠਾ ਕਰਕੇ ਲਿਆਉਂਦੀਆਂ, ਕੋਈ ਥੋੜਾ ਕੋਈ ਬਹੁਤਾ, ਇਸ ਲਈ ਇਹ ਸੰਗਤ ਦੀ ਜਿਹੜੀ ਭੇਟਾ ਹੈ ਉਹਦੇ ਵਿੱਚੋਂ ਦੀ ਇਹ ਲੰਗਰ ਚੱਲਦਾ ਹੈ, ਇਹ ਕਿਸੇ ਇੱਕ ਦੇ ਨਾਮ ਦਾ ਨਹੀਂ ਚੱਲ ਸਕਦਾ। ਕੱਲ ਨੂੰ ਕੋਈ ਦਾਅਵਾ ਕਰੇ ਕਿ ਲੰਗਰ ਤੇ ਮੈਂ ਚਲਾਉਂਦਾ ਜਾਂ ਮੇਰੇ ਜਿਹੜੇ ਵੱਡੇ ਵਡੇਰੇ ਨੇ ਉਹ ਚਲਾਉਂਦੇ ਰਹੇ ਆ, ਤੇ ਜੇ ਉਹ ਨਾ ਹੁੰਦੇ ਤੇ ਇਹ ਲੰਗਰ ਚੱਲਣਾ ਹੀ ਕੋਈ ਨਹੀਂ ਸੀ, ਕੋਈ ਇਹ ਦਾਅਵਾ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਨੇ ਇੰਨੀ ਗੱਲ ਕਹੀ ਸੀ, ਪਰ ਅਕਬਰ ਨੇ ਭਾਵਨਾ ਵਿੱਚ ਕੁਝ ਜਿਹੜਾ ਉਹ ਪਿੰਡਾਂ ਦੇ ਜ਼ਮੀਨ ਦੇ ਪਟਾ ਜਿਹੜਾ ਲਿਖ ਕੇ ਸਤਿਗੁਰੂ ਮਹਾਰਾਜ ਨੂੰ ਭੇਟ ਕੀਤਾ ਸੀ। ਹੁਣ ਉਹ ਕਹਿ ਰਿਹਾ, ਕਹਿਣ ਲੱਗਾ ਸ਼ਾਹੋ ਕਹਿਓ ਪਿਤ ਅਕਬਰ ਮੇਰੋ, ਵੀ ਮੇਰੇ ਪਿਤਾ ਅਕਬਰ ਬਾਦਸ਼ਾਹ ਨੇ ਅਰਪੇ ਗ੍ਰਾਮ ਕਿਤਕ ਦਿਨ ਪਾਸ, ਉਹਨਾਂ ਨੂੰ ਕੁਝ ਪਿੰਡ ਜਿਹੜੇ ਨੇ ਅਰਪੇ ਭਾਵ ਭੇਟਾ ਵਿੱਚ ਅਰਪਣ ਕਰਨੇ, ਉਹਨਾਂ ਨੂੰ ਦਿੱਤੇ ਸਨ। ਲਵਪੁਰ ਮਹਿ ਚਲ ਅਭਿਸੁਧ ਲੈ ਹੈ ਖਰਚ ਵਿਸਾਲ ਜੀ ਭਇਓ ਆਵਾਸ। ਹੁਣ ਲਾਹੌਰ ਜਿਸ ਦਿਨ ਜਾਣਾ ਹੋਵੇਗਾ ਤੇ ਉਹਨਾਂ ਤੋਂ ਅਸੀਂ ਜਿਹੜਾ ਹਿਸਾਬ ਲਵਾਂਗੇ ਵੀ ਇੰਨੇ ਪਿੰਡ ਤੁਹਾਨੂੰ ਦਿੱਤੇ ਸਨ, ਉਹਨਾਂ ਦਾ ਹਿਸਾਬ ਜਿਹੜਾ ਉਹ ਤੁਸੀਂ ਸਾਨੂੰ ਦੇਣਾ ਕਰੋ। ਦੇਹ ਅਪਰ ਕੁਛ ਅਰਪ ਤਿਨ ਹੂੰ ਦਿਗ ਚੋਰੀ ਵਿਸਾਲ ਜੀ ਭਇਓ ਆਵਾਸ। ਇੱਥੇ ਵੀ ਧਿਆਨ ਰੱਖਿਓ ਜਹਾਂਗੀਰ ਦੀ ਸੋਚ ਕੀ ਕਹਿੰਦੀ ਹੈ। ਹਜੇ ਵੀ ਨਹੀਂ ਇਹ ਹਿਸਾਬ ਇਸ ਲਈ ਲੈਣਾ ਵੀ ਸਾਡੇ ਪਿਤਾ ਨੇ ਤੁਹਾਨੂੰ ਇਹ ਪਿੰਡ ਭੇਟਾ 'ਚ ਦਿੱਤੇ, ਨਹੀਂ। ਜਿਹੜੀ ਝੂਠੀ ਕਹਾਣੀ ਚੰਦੂ ਵੱਲੋਂ ਘੜੀ ਗਈ ਹੈ, ਬੜੇ ਧਿਆਨ ਨਾਲ ਸਮਝਣਾ, ਜਿਹੜੀ ਝੂਠੀ ਕਹਾਣੀ ਜਿਹਦੇ ਵਿੱਚ ਬਿਲਕੁਲ ਵੀ ਸੱਚ ਨਹੀਂ ਹੈ, ਕਿਉਂਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਤਾਂ ਸਿੱਖਾਂ ਨੂੰ ਕਹਿ ਰਿਹਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤੇ ਫਿਰ ਸਿੱਖਾਂ ਨੂੰ ਕਿਵੇਂ ਕਹਿ ਸਕਦੇ ਵੀ ਲੋੜ ਪਏ ਤੇ ਚੋਰੀ ਵੀ ਕਰ ਲਿਆ ਕਰੋ? ਕਿਵੇਂ ਕਹਿ ਸਕਦੇ ਆ? ਜਦ ਕਿ ਸੱਜਣ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਸੱਜਣਾ ਤੇਰੇ ਬਾਹਰ ਦਾ ਨਾਮ ਤੇ ਸੱਜਣ ਹੈ, ਪਰ ਅੰਦਰੋਂ ਵੀ ਸੱਜਣ ਬਣਨਾ। ਅੰਦਰ ਤੇ ਠੱਗ ਬੈਠਾ ਹੈ, ਅੰਦਰ ਤਾਂ ਆਏ ਗਏ ਨੂੰ ਤੂੰ ਲੁੱਟ ਰਿਹਾ ਹੈ। ਤੇਰੀ ਹਾਲਤ ਤਾਂ ਉਸ ਕਹਿੰਦੇ ਭਾਂਡੇ ਦੀ ਤਰ੍ਹਾਂ ਜਿਹੜਾ ਬਾਹਰੋਂ ਚਮਕਦਾ ਬੜਾ ਹੈ, ਪਰ ਅੰਦਰ ਕਲਖ ਨਾਲ ਭਰਿਆ ਹੈ। ਜਿਹੜਾ ਸਤਿਗੁਰੂ ਸੱਚਾ ਪਾਤਸ਼ਾਹ ਜੀ ਜਿਹਦੇ ਕੋਲ ਗਏ ਨੇ ਉਹਦੇ ਜੀਵਨ ਨੂੰ ਬਦਲ ਸਕਦੇ ਆ, ਉਹ ਆਪਣੇ ਸਿੱਖਾਂ ਨੂੰ ਕਿਵੇਂ ਕਹਿ ਸਕਦੇ ਵੀ ਤੁਸੀਂ ਚੋਰੀ ਕਰਿਆ ਕਰੋ? ਇਹ ਝੂਠੀ ਕਹਾਣੀ ਜਿਹੜੀ ਆ ਉਹਨੇ ਕੱਢ ਦਿੱਤੀ ਹੈ ਕਿ ਗੁਰੂ ਸਾਹਿਬ ਤਾਂ ਜਿਹੜੇ ਨੇ ਇਹ ਚੋਰ ਤਿਆਰ ਕਰਦੇ ਆ ਤੇ ਚੋਰੀਆਂ ਹੁੰਦੀਆਂ ਉਸ ਮੁਤਾਬਕ, ਚੰਦੂ ਦੀ ਬਣਾਈ ਹੋਈ ਝੂਠੀ ਕਹਾਣੀ ਦੇ ਮੁਤਾਬਕ। ਕਹਿੰਦੇ ਵੀ ਹੁਣ ਲਾਹੌਰ ਨੂੰ ਜਾਣਾ, ਉੱਥੇ ਫਿਰ ਇਹਨਾਂ ਕੋਲੋਂ ਪਿੰਡਾਂ ਦਾ ਹਿਸਾਬ ਲਵਾਂਗੇ। ਜੇ ਉਹਨਾਂ ਦਾ ਖਰਚ ਜ਼ਿਆਦਾ ਹੋਇਆ ਤੇ ਆਮਦਨ ਘੱਟ ਹੋਈ, ਖਰਚ ਜ਼ਿਆਦਾ ਆਮਦਨ ਘੱਟ ਹੋਈ, ਅਪਰ ਦੇਹ ਅਪਰ ਕੁਛ ਅਪਰ ਤਿੰਨੋਂ ਢਿੱਗ, ਉਹਨਾਂ ਨੂੰ ਕੁਝ ਹੋਰ ਪਿੰਡ ਦੇ ਦੇਵਾਂਗੇ।
ਉਹਨਾਂ ਨੂੰ ਕੁਝ ਹੋਰ ਪਿੰਡ ਦੇ ਦਿਆਂਗੇ ਤਾਂ ਕਿ ਉਹਨਾਂ ਦੀ ਆਮਦਨ ਵੀ ਵੱਧ ਜਾਏ, ਔਰ ਚੋਰੀ ਵਰਜੈ ਠੀਕ ਨਾ ਤਾਸ, ਉਹਨਾਂ ਨੂੰ ਕਹਾਂਗੇ ਵੀ ਤੁਸੀਂ ਇਹ ਜਿਹੜੀ ਚੋਰੀ ਕਰਨ ਵਾਲੀ ਸਿੱਖਿਆ ਦਿੰਦੇ ਹੋ ਇਹ ਨਾ ਦਿਆ ਕਰੋ, ਇਹ ਠੀਕ ਨਹੀਂ ਹੈ। ਜੇ ਤੁਹਾਡੀ ਆਮਦਨ ਘੱਟ ਤੇ ਖਰਚਾ ਜ਼ਿਆਦਾ ਹੈ, ਸਾਡੇ ਕੋਲੋਂ ਹੋਰ ਪਿੰਡ ਲੈ ਲਓ ਤੇ ਆਪਣੀ ਆਮਦਨ ਵਧਾ ਲਓ। ਜਹਾਂਗੀਰ ਨੇ ਇਹ ਜਿਹੜੀ ਹੈ ਇਹਦੇ ਅੰਦਰ ਜਿਹੜੀ ਸੋਚ ਵਿਚਾਰ ਬਣੀ ਹੈ। ਫਿਰ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿਉਂਕਿ ਅਧੂਰੀ ਗੱਲ, ਅਧੂਰਾ ਗਿਆਨ ਕਈ ਤਰ੍ਹਾਂ ਦੇ ਵਿਵਾਦ ਦਾ ਕਾਰਨ ਬਣਦਾ ਹੈ। ਇਹ ਕਿਵੇਂ ਹੋ ਸਕਦਾ ਜੀ? ਇਹ ਚੰਦੂ ਵੱਲੋਂ ਬਣਾਈ ਹੋਈ ਝੂਠੀ ਇੱਕ ਕਹਾਣੀ ਹੈ ਜਿਹੜੀ ਜਹਾਂਗੀਰ ਦੇ ਦਰਬਾਰ ਵਿੱਚ ਉਹਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਉਸੇ ਨੂੰ ਜਿਹੜਾ ਉਹ ਦੇਖਦਿਆਂ ਹੋਇਆਂ ਇਹਨੇ ਕਿਹਾ ਵੀ ਲਵਪੁਰ ਮੈਂ ਚੱਲ, ਵੀ ਹੁਣ ਲਾਹੌਰ ਨੂੰ ਚੱਲ ਕੇ ਉੱਥੇ ਉਹਨਾਂ ਨਾਲ ਗੱਲਬਾਤ ਕਰਾਂਗੇ, ਜੇ ਸਾਨੂੰ ਲੱਗੇਗਾ ਉਹਨਾਂ ਨੂੰ ਹੋਰ ਪਿੰਡ ਦੇ ਦਿਆਂਗੇ ਤੇ ਆਖਾਂਗੇ ਕਿ ਤੁਸੀਂ ਇਸ ਤਰ੍ਹਾਂ ਜਿਹੜਾ ਉਹ ਚੋਰਾਂ ਨੂੰ ਬੜਾਵਾ ਨਾ ਦਿਆ ਕਰੋ ਜਾਂ ਸਿੱਖਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਨਾ ਦਿਆ ਕਰੋ। ਅਬ ਤੋ ਚਲੋ ਵਿਪਾਸਾ ਉਤਰੋ, ਪਾਰ ਕਰੋ ਡੇਰਾ ਨਿਵਾਸ। ਕਹਿੰਦੇ ਅਬ ਚਲੋ ਤਿਆਰੀ ਕਰੋ ਚੱਲਣ ਦੀ ਲਾਹੌਰ। ਹੁਣ ਜਦੋਂ ਦਿੱਲੀ ਤੋਂ ਲਾਹੌਰ ਜਾਣਾ ਤੇ ਫਿਰ ਬਿਆਸਾ ਦਰਿਆ ਪਾਰ ਕਰਕੇ ਜਾਣਾ, ਆ ਸਤਲੁਜ ਵੀ ਪਾਰ ਕਰਨਾ ਹੈ। ਕਹਿੰਦੇ ਹੁਣ ਚਲੋ ਅਬ ਚਲੋ ਤਿਆਰੀ ਕਰੋ, ਵਿਪਾਸਾ ਉਤਰੋ ਪਾਰ, ਤੇ ਬਿਆਸਾ ਜਿਹੜਾ ਦਰਿਆ ਉਹਨੂੰ ਪਾਰ ਕਰੋ। ਕਿਉਂਕਿ ਜਹਾਂਗੀਰ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਮੇਰੇ ਪਿਤਾ ਅਕਬਰ ਬਾਦਸ਼ਾਹ ਆਇਆ ਉਹ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ, ਇਸ ਲਈ ਕਹਿੰਦੇ ਬਿਆਸਾ ਨੂੰ ਪਾਰ ਜਿਹੜਾ ਉਹ ਆਪਾਂ ਕਰਕੇ ਡੇਰਾ ਉੱਥੇ ਜਾ ਕੇ ਰੁਕਣ ਦਾ ਪ੍ਰਬੰਧ ਕਰਨਾ ਹੈ। ਡਿਡ ਨੌਕਾ ਪਰ ਸਾਹੂ ਚੜ, ਪਰਿਓ ਪਾਰ ਸੁਖ ਸੰਗ। ਤਿਆਰੀ ਹੋ ਗਈ। ਹੁਣ ਚੰਦੂ ਜੋ ਚਾਹੁੰਦਾ ਸੀ ਉਹ ਤੇ ਗੱਲ ਬਣੀ ਨਹੀਂ। ਚੰਦੂ ਤੇ ਚਾਹੁੰਦਾ ਸੀ ਵੀ ਇਹ ਵਾਰੰਟ ਜਾਰੀ ਕਰ ਦੇਵੇ ਵੀ ਗੁਰੂ ਅਰਜਨ ਦੇਵ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਿਆਓ ਤੇ ਇਹਨਾਂ ਨੂੰ ਆਪਾਂ ਉੱਥੇ ਸਵਾਲ ਜਵਾਬ ਕਰਾਂਗੇ, ਪਰ ਜਹਾਂਗੀਰ ਕਹਿੰਦਾ ਇਹਨਾਂ ਨੂੰ ਹੋਰ ਪਿੰਡ ਦੇ ਦਿਆਂਗੇ, ਇਹਨਾਂ ਦੇ ਹੋਰ ਪਿੰਡਾਂ ਵਿੱਚ ਵਾਧਾ ਕਰ ਦਿਆਂਗੇ। ਹੁਣ ਉਹ ਮਨ ਹੀ ਮਨ ਵਿੱਚ ਸੋਚ ਰਿਹਾ ਵੀ ਜਿਹੜੀ ਮੈਂ ਗੱਲ ਬਣਾਉਣਾ ਚਾਹੁੰਦਾ ਸੀ ਉਹ ਤੇ ਬਣੀ ਨਹੀਂ, ਪਰ ਚਲੋ ਕੋਈ ਹੋਰ ਵਿਦ, ਕੋਈ ਹੋਰ ਵਿਉਂਤ ਕਹਾਣੀ ਘੜ ਕੇ ਬਣਾਵਾਂਗਾ ਜਿਹਦੇ ਨਾਲ ਇਹ ਵਾਰੰਟ ਜਾਰੀ ਹੋ ਜਾਣ। ਕਹਿੰਦੇ ਤਿਆਰੀ ਹੋ ਗਈ ਹੈ। ਹੁਣ ਇਹ ਜਿਹੜੇ ਲਾਹੌਰ ਵੱਲ ਨੂੰ ਚੱਲੇ, ਦਿੱਲੀ ਤੋਂ ਪਾਏ ਨੇ, ਬਿਆਸਾ ਦਰਿਆ ਤੱਕ ਆਏ ਹਨ। ਗੁਰੂ ਜਸ ਬਨਰੋ ਲਾਤ, ਦੁਖ ਤਤ ਛਿਨ ਹੋ ਪੰਗ। ਕਹਿੰਦੇ ਨੇ ਬਿਆਸਾ ਦਰਿਆ ਜਿਹੜਾ ਇਹਨਾਂ ਨੇ ਪਾਰ ਕੀਤਾ ਤੇ ਉੱਥੇ ਰੁਕਣ ਦਾ ਪ੍ਰਬੰਧ ਜਿਹੜਾ ਉਹ ਕਰਵਾਇਆ ਗਿਆ ਹੈ। ਉਧਰ ਗੋਇੰਦਵਾਲ ਸਾਹਿਬ ਵਿੱਚ ਗੁਰੂ ਪਾਤਸ਼ਾਹ ਦਾ ਜਸ ਹੈ, ਜਾਂ ਪੂਰੇ ਇਲਾਕੇ ਵਿੱਚ ਗੁਰੂ ਪਾਤਸ਼ਾਹ ਦੀ ਉਸਤਤ ਹੈ ਕਿ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਦਾਤੂ ਜੀ ਨੇ ਇਹ ਉਸਤਤ ਸੁਣਨ ਨੂੰ ਮਿਲੀ ਹੈ ਜਹਾਂਗੀਰ ਨੂੰ। ਜਦੋਂ ਇਹਨੇ ਬਿਆਸਾ ਦਰਿਆ ਪਾਰ ਕਰਕੇ ਰੁਕਣ ਦਾ ਪ੍ਰਬੰਧ ਕੀਤਾ, ਉੱਥੇ ਡੇਰਾ ਲਾਇਆ। ਉੱਥੇ ਕੀ ਸੁਣਿਆ? ਗੁਰ ਜਸ ਬਰਨਿਓ ਲਾਤ, ਦੁੱਖ ਤਤ ਛਿਨ ਹੋਇਓ ਭੰਗ। ਜੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੱਖੀ ਵਿੱਚ ਬਾਬਾ ਦਾਤੂ ਜੀ ਨੇ ਆ ਕੇ ਲੱਤ ਮਾਰੀ ਸੀ, ਜਿਸ ਤੋਂ ਬਾਅਦ ਉਹਦੇ ਕੀਤੇ ਹੋਏ ਕਰਮ ਅਨੁਸਾਰ ਉਹਦੀ ਲੱਤ ਵਿੱਚ ਹਰ ਵੇਲੇ ਪੀੜਾ ਰਹਿਣ ਲੱਗ ਪਈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇੰਨੀ ਵੱਡੀ ਬਖਸ਼ਿਸ਼ ਦੇ ਮਾਲਕ ਨੇ, ਜਿਹੜਾ ਬਾਬਾ ਦਾਤੂ ਜੀ ਇੰਨੇ ਸਾਲ ਦੁੱਖ ਭੋਗਦੇ ਲਏ, ਲੱਤ ਦਾ ਪ੍ਰਹਾਰ ਕਰਨ ਦੇ ਨਾਲ ਦੁੱਖ ਤਤ ਛਿਨ ਹੋਇਓ ਭੰਗ। ਗੁਰੂ ਅਰਜਨ ਦੇਵ ਜੀ ਇੰਨੀਆਂ ਬਖਸ਼ਿਸ਼ਾਂ ਵੱਡੀਆਂ ਦੇ ਮਾਲਕ ਨੇ। ਅਸੀਂ ਤੇ ਰੋਜ਼ ਪੱਟ ਸਾਹਿਬ ਤੇ ਰੋਜ਼ ਸਾਨੂੰ ਕਹਿ ਰਹੇ ਆ ਕਿ ਅਸੀਂ ਕਿਸ ਗੁਰੂ ਪਾਤਸ਼ਾਹ ਨਾਲ ਜੁੜਨਾ ਹੈ, ਜਿਨ੍ਹਾਂ ਨੇ ਸਮਰੱਥ ਗੁਰੂ ਦੇ ਚਰਨਾਂ 'ਚ ਆ ਕੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਕੀਤੀ। ਉਹ ਤਾਂ ਸਭ ਤੋਂ ਵੱਡੇ ਸੰਕਟ ਤੋਂ ਵੀ ਬਚ ਜਾਂਦਾ ਹੈ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ, ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗੜ ਬਣਾਇਓ। ਉਹ ਸਭ ਤੋਂ ਵੱਡੇ ਸੰਕਟ ਤੋਂ ਬਚ ਜਾਂਦਾ ਹੈ। ਗੁਰ ਜਸ ਬਰਨਿਓ, ਇੱਥੇ ਗੁਰੂ ਦਾ ਜਸ ਸੁਣਨ ਨੂੰ ਮਿਲਿਆ ਹੈ। ਦੋਹਰਾ ਸੁਲਹੀ ਭਰਾਤਾ ਪੁੱਤਰ ਇੱਕ, ਸੁਲਤੀ ਨਾਮ ਕਹੇਤ। ਕਹਿੰਦੇ ਨੇ ਸੁਲਹੀ ਖਾਂ, ਇਹ ਨਾਮ ਤੁਸੀਂ ਬੜੀ ਵਾਰ ਸੁਣ ਚੁੱਕੇ ਹੋ, ਜਿਹਦੀ ਪਿਛਲੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਿਆਂ ਮੌਤ ਹੋ ਚੁੱਕੀ ਹੈ। ਸੁਲਹੀ ਖਾਂ ਦਾ ਇੱਕ ਭਰਾ ਹੈ, ਉਹਦਾ ਇੱਕ ਪੁੱਤਰ ਹੈ। ਕਹਿੰਦੇ ਨੇ ਉਹਦਾ ਨਾਮ ਹੈ ਸੁਲਭੀ। ਇਹ ਸੁਲਹੀ ਖਾਂ ਸੀ, ਉਹ ਸੁਲਭੀ ਖਾਂ ਹੈ। ਇਹ ਸੁਲਹੀ ਖਾਂ ਦਾ ਕਹਿ ਲੋ ਭਤੀਜਾ, ਉਹਦੇ ਭਰਾ ਦਾ ਪੁੱਤਰ ਹੈ ਜਿਹਦਾ ਨਾਮ ਸੁਲਭੀ ਖਾਂ ਹੈ। ਚੰਦੂ ਅਰ ਪਤ ਸ਼ਾਹ ਕੋ ਸਗਰੋ, ਸੁਣਿਓ ਬ੍ਰਿਤੰਤ। ਜਦੋਂ ਇਹ ਕਹਿੰਦੇ ਚੰਦੂ ਤੇ ਜਹਾਂਗੀਰ ਦਾ ਬਿਰਤੰਤ ਇਹਨੇ ਸੁਣਿਆ, ਜਦੋਂ ਇੱਥੇ ਆਉਣ ਦੀ ਖਬਰ ਮਿਲੀ ਹੈ ਵੀ ਜਹਾਂਗੀਰ ਬਾਦਸ਼ਾਹ ਤੇ ਦੀਵਾਨ ਚੰਦੂ ਜਿਹੜਾ ਰਲ ਕੇ ਇੱਥੇ ਪਹੁੰਚੇ ਹੋਏ ਆ, ਚੰਦੂ ਅਰ ਪਤ ਸ਼ਾਹ ਕੋ ਸਗਰਿਓ ਸੁਣਿਓ ਬਿਰਤੰਤ। ਜਦੋਂ ਸੁਲਭੀ ਖਾਂ ਨੇ ਕਹਿੰਦੇ ਇਹ ਪ੍ਰਸੰਗ ਸੁਣਿਆ ਹੈ। ਉਧਰ ਪਾਰ ਜਬ ਰਿਕੇ ਨਿਸ, ਤੰਬੂ ਮਹਿ ਚੰਦੂ। ਕਹਿੰਦੇ ਜਦੋਂ ਬਿਆਸਾ ਦਰਿਆ ਪਾਰ ਕਰਕੇ ਜਿੱਥੇ ਰੁਕੇ ਨੇ ਤੰਬੂ ਲੱਗੇ ਹੋਏ ਆ, ਜਹਾਂਗੀਰ ਦਾ ਵੱਖਰਾ ਤੰਬੂ ਹੈ, ਚੰਦੂ ਦਾ ਵੱਖਰਾ ਹੈ, ਉਹਨਾਂ ਦੇ ਨਾਲ ਜਿਹੜੇ ਸਿਪਾਹੀ ਨੇ ਵੱਖਰੇ ਤੰਬੂ ਲੱਗੇ ਆ। ਹੁਣ ਜਦੋਂ ਕਹਿੰਦੇ ਸੁਲਭੀ ਖਾਂ ਨੂੰ ਪਤਾ ਲੱਗਾ, ਇਹ ਫਿਰ ਪੁੱਛਦਾ ਆਇਆ ਹੈ ਕਿਤੇ ਜਿੱਥੇ ਚੰਦੂ ਦਾ ਤੰਬੂ ਲੱਗਾ ਹੋਇਆ, ਜਿਹਦੇ ਵਿੱਚ ਉਹ ਰਾਤ ਆਰਾਮ ਕਰ ਰਿਹਾ। ਨਿਸ ਦਾ ਅਰਥ ਹੁੰਦਾ ਰਾਤ, ਨਿਸ ਤੰਬੂ ਮੈਂ ਚੰਦੂ। ਜਿਸ ਵੇਲੇ ਰਾਤ ਨੂੰ ਚੰਦੂ ਆਪਣੇ ਤੰਬੂ ਦੇ ਵਿੱਚ ਆਰਾਮ ਕਰਦਾ ਹੈ। ਸੁਲਹੀ ਕੋਚਿਤ ਹੈ ਔਰ ਕਸਟਕ ਬਿਲੰਦੂ। ਕਹਿੰਦੇ ਜਿਹੜਾ ਇਹ ਸੁਲਭੀ ਖਾਂ ਹੈ, ਇਹ ਸੁਲਹੀ ਖਾਂ ਦੀ ਮੌਤ ਦਾ ਬੜਾ ਵੱਡਾ ਦੁੱਖ ਅੰਦਰ ਲੈ ਕੇ ਬੈਠਾ ਹੋਇਆ ਹੈ। ਤਮ ਮੈਂ ਗਮਨਿਓ ਪਾਸ, ਤਿਸ ਬੂਜੀ ਸੁਧ ਸਾਰੀ। ਤਮ ਮੈਂ ਗਮਨਿਓ, ਤਮ ਦਾ ਅਰਥ ਹੁੰਦਾ ਹਨੇਰਾ। ਵੈਸੇ 3 ਗੁਣਾਂ ਦੇ ਵਿੱਚ ਤਮ ਗੁਣ ਵੀ ਹੈ। ਤਮ ਦਾ ਅਰਥ ਤਮਾ ਉਹਦੇ ਅੰਦਰ ਹੀ ਵੱਧਦੀ ਆ ਜਿਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੋਏਗਾ। ਅਗਿਆਨਤਾ ਦਾ ਹਨੇਰਾ ਹੀ ਤਮਾਂ ਨੂੰ ਵਧਾਉਂਦਾ ਹੈ। ਰਜਗੁਣ, ਤਮ ਗੁਣ, ਸਤਗੁਣ, ਇਹ ਜਿਹੜੀ ਤਮਾ ਹੈ। ਖੈਰ ਇੱਥੇ ਤਮ ਦਾ ਅਰਥ ਹੈ ਹਨੇਰਾ। ਕਹਿੰਦੇ ਤਮ ਮੈਂ ਗਮਨਿਓ ਪਾਸ, ਤਿਸ ਬੂਜੀ ਸੁਧ ਸਾਰੀ। ਹੁਣੇ ਜਿਹੜਾ ਸੀ ਕਹਿੰਦੇ ਸੁਲਹੀ ਖਾਂ ਦਾ ਭਤੀਜਾ ਸੁਲਭੀ ਖਾਂ, ਇਹ ਰਾਤ ਜਾ ਕੇ ਉਸ ਚੰਦੂ ਨੂੰ ਮਿਲਦਾ ਹੈ, ਸਾਰੀ ਗੱਲਬਾਤ ਉਹਦੇ ਨਾਲ ਜਾ ਕੇ ਕਰਦਾ ਹੈ। ਹਮਰੋ ਰਿਪ ਅਰਜਨ ਗੁਰੂ ਕਇਆ ਕਰਤੂ ਚਾਰੀ। ਕਹਿੰਦੇ ਨੇ ਮੇਰਾ ਜਿਹੜਾ ਹਮਰੋ ਰਿਪ ਮੈਨੇ ਦੁਸ਼ਮਣ। ਹੁਣ ਇਹਦੇ ਅੰਦਰ ਵੀ ਗਲਤ ਫਹਿਮੀ ਪਾ ਦਿੱਤੀ ਗਈ। ਇੱਕ ਦਿਨ ਬੇਨਤੀ ਕੀਤੀ ਸੀ ਆਪ ਜੀ ਨਾਲ ਕਿ ਸਾਡੀ ਆਪਣੀਆਂ ਨਾਲ ਨਹੀਂ ਬਣਦੀ ਕਿਸੇ ਵਜ੍ਹਾ ਕਰਕੇ, ਭਰਾ ਨਾਲ ਨਹੀਂ ਬਣਦੀ, ਤਾਏ ਚਾਚਿਆਂ ਨਾਲ ਨਹੀਂ ਬਣਦੀ, ਸਾਰੀ ਉਮਰ ਤਾਏ ਚਾਚਿਆਂ ਨਾਲ ਨਹੀਂ ਮਿਲੇ। ਅੱਗੋਂ ਜਿਹੜੇ ਬੱਚੇ ਨੇ ਸਾਡੇ, ਅਸੀਂ ਉਹਨਾਂ ਵਿੱਚ ਵੀ ਉਹ ਨਫ਼ਰਤ ਭਰ ਦਿੱਤੀ, ਉਹਨਾਂ ਵਿੱਚ ਵੀ ਗਲਤ ਫਹਿਮੀਆਂ ਪਾ ਦਿੱਤੀਆਂ ਵੀ ਤੁਸੀਂ ਵੀ ਅੱਗੋਂ ਉਹਨਾਂ ਨਾਲ ਨਹੀਂ ਵਰਤਣਾ, ਉਹ ਅੱਗੋਂ ਉਹਨਾਂ ਦੇ ਬੱਚਿਆਂ ਨਾਲ ਨਹੀਂ ਵਰਤਦੇ। ਕਿਉਂਕਿ ਦਿਮਾਗ ਵਿੱਚ ਗਲਤ ਫਹਿਮੀਆਂ ਬਿਠਾਤੀਆਂ, ਅਸੀਂ ਤਾਂ ਵਰਤੇ ਨਹੀਂ, ਅੱਗੋਂ ਬੱਚਿਆਂ ਨੂੰ ਵੀ ਨਹੀਂ ਵਰਤਣ ਦਿੱਤਾ। ਅੱਗੋਂ ਉਹਨਾਂ ਦੀ ਜਦੋਂ ਔਲਾਦ ਹੋਏਗੀ ਉਹ ਵੀ ਇਹੀ ਗਲਤ ਫਹਿਮੀਆਂ ਮਨ 'ਚ ਬਿਠਾ ਦੇਣਗੇ, ਉਹ ਵੀ ਅੱਗੋਂ ਇੱਕ ਦੂਜੇ ਨਾਲ ਨਹੀਂ ਵਰਤਣਗੇ। ਚਾਹੀਦਾ ਇਹ ਹੈ ਕਿ ਅਸੀਂ ਤੇ ਚਲੋ ਜਿੱਦਾਂ ਮਰਜ਼ੀ ਨਿਭਾ ਲਈ, ਪਰ ਕਮ ਸੇ ਕਮ ਬੱਚੇ ਤਾਂ ਅੱਗੋਂ ਇੱਕ ਦੂਸਰੇ ਨਾਲ ਰਲ ਮਿਲ ਕੇ ਰਹਿਣ। ਪਰ ਅਸੀਂ ਉਹਨਾਂ ਵਿੱਚ ਵੀ ਉਹ ਗਲਤ ਫਹਿਮੀਆਂ ਪਾ ਕੇ ਨਫ਼ਰਤ ਉਹਨਾਂ ਅੰਦਰ ਬਿਠਾਤੀ। ਹੁਣ ਸੁਲਭੀ ਖਾਂ ਨੂੰ ਸੱਚਾਈ ਦਾ ਨਹੀਂ ਪਤਾ। ਇਹਨੂੰ ਇਹ ਪਤਾ ਹੈ ਵੀ ਜੇ ਮੇਰੇ ਜਿਹੜਾ ਉਹ ਸੁਲਹੀ ਖਾਂ ਦੀ ਮੌਤ ਹੋਈ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਰਕੇ ਹੋਈ ਹੈ, ਬਸ ਇਹਨੂੰ ਇਹ ਪਤਾ ਹੈ। ਪਰ ਉਹਦੀ ਵਜ੍ਹਾ ਕੀ ਹੈ, ਕਾਰਨ ਕੀ ਹੈ, ਕਿਉਂ ਹੈ, ਉਹ ਨਹੀਂ ਪਤਾ। ਜਿਸ ਕਰਕੇ ਇਹ ਗੁਰੂ ਅਰਜਨ ਦੇਵ ਜੀ ਨੂੰ ਰਿਪ ਦੁਸ਼ਮਣ ਮੰਨ ਰਿਹਾ। ਕਹਿੰਦਾ ਹਮਰੋ ਰਿਪ ਅਰਜਨ ਗੁਰੂ ਕਿਆ ਕਰਤ ਉਚਾਰੀ। ਮੇਰਾ ਦੁਸ਼ਮਣ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਨੇ। ਮੈਂ ਕੀ ਉਹਨਾਂ ਬਾਰੇ ਆਖਾਂ। ਸੁਣ ਚੰਦੂ ਤਰਕਤ ਪਇਓ ਲਾਇਕ ਬਿਨ ਹੋਏ। ਉਹਨੇ ਵੀ ਧਿਆਨ ਰੱਖਿਓ ਥੋੜਾ ਜਿਹਾ, ਸਾਡੀ ਨਾ ਕਿਸੇ ਨਾਲ ਬਣਦੀ ਨਹੀਂ, ਸਾਡੀ ਨਹੀਂ ਬਣਦੀ ਕਿਸੇ ਨਾਲ। ਅਸੀਂ ਉਹਦਾ ਨੁਕਸਾਨ ਕਰਨਾ ਚਾਹੁੰਦੇ ਹਾਂ, ਅਸੀਂ ਉਹਨੂੰ ਜੀਵਨ ਦੇ ਵਿੱਚ ਉਹਨੂੰ ਅਸੀਂ ਦੁੱਖ ਦੇਣਾ ਚਾਹੁੰਦੇ ਹਾਂ ਜਿਹਦੇ ਨਾਲ ਮੇਰੀ ਨਹੀਂ ਬਣਦੀ।
ਪਰ ਮੈਨੂੰ ਇਹ ਪਤਾ ਲੱਗ ਜਾਏ ਕਿ ਕੋਈ ਥਰਡ ਪਰਸਨ ਜਿਹੜਾ ਹੈ ਉਹਦੀ ਵੀ ਉਹਦੇ ਨਾਲ ਨਹੀਂ ਬਣਦੀ, ਫਿਰ ਮੈਂ ਕੀ ਕਰਾਂਗਾ? ਮੈਂ ਆਪ ਅੱਗੇ ਹੋਣ ਦੀ ਬਜਾਏ ਉਹਨੂੰ ਉਤਸ਼ਾਹਿਤ ਕਰਾਂਗਾ ਵੀ ਤੂੰ ਅੱਗੇ ਹੋ ਕੇ ਜਿਹੜਾ ਆਪਣੇ ਮਨ ਦੀ ਪੜਾਸ ਕੱਢਣੀ ਆ ਉਹ ਤੂੰ ਕੱਢ ਲੈ। ਉਹਦੇ ਨਾਲ ਕੀ ਹੋਏਗਾ? ਨਾਮ ਉਹਦਾ ਆਏਗਾ, ਮੇਰਾ ਨਾਮ ਨਹੀਂ ਆਏਗਾ, ਕਿਉਂਕਿ ਇਹ ਬੜਾ ਤੇਜ਼ ਦਿਮਾਗ ਦਾ ਹੈ ਚੰਦੂ। ਇਹਨੇ ਇਹਨੂੰ ਹੋਰ ਉਤਸ਼ਾਹਿਤ ਕਰ ਦਿੱਤਾ। ਕਹਿੰਦੇ ਸੁਣ ਚੰਦੂ ਤਰਕਤ ਪਇਓ, ਇਹਨੇ ਤਰਕ ਕੀਤਾ, ਕਹਿਣ ਲੱਗੇ ਲਾਇਕ ਬਿਨ ਹੋਏ ਤੂੰ ਕਿਸੇ ਕੰਮ ਦਾ ਨਹੀਂ ਹੈ, ਤੂੰ ਕਿਸੇ ਤਰ੍ਹਾਂ ਦੀ ਲਾਇਕ ਨਹੀਂ ਹੈ। ਸੁਲਹੀ ਖਾਨ ਨੂੰ ਮਰਿਆ ਇੰਨੇ ਦਿਨ ਹੋ ਗਏ ਤੇ ਤੂੰ ਆਰਾਮ ਨਾਲ ਬੈਠਾ ਹੋਇਆ। ਉਹਨੂੰ ਹੋਰ ਭੜਕਾਉਣਾ। ਪਤਾ ਲੱਗਿਆ ਨਾ ਇਹਨੂੰ ਵੀ ਸੁਲਹੀ ਖਾਨ ਦੇ ਮਨ ਵਿੱਚ ਕੀ ਚੱਲ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪ੍ਰਕਾਏ ਇਹਨੂੰ ਮੌਕਾ ਮਿਲ ਗਿਆ। ਬਸ ਉਸੇ ਵੇਲੇ ਤਰਕ ਕਰਦਿਆਂ ਕਹਿੰਦਾ ਤਰ ਲਾਇਕ ਬਿਨ ਹੋਏ, ਤੂੰ ਤਾਂ ਇਸ ਲਾਇਕ ਹੀ ਨਹੀਂ ਹੈ, ਤੇਰੇ ਵਿੱਚ ਤਾਂ ਇੰਨੀ ਯੋਗਤਾ ਹੀ ਨਹੀਂ ਹੈ। ਬੈਰ ਨਾ ਚਾਚੇ ਕੋ ਲਿਓ ਪਰ ਸੁਖ ਸੋ ਸੋਏ। ਕਹਿੰਦੇ ਕਾਹਦਾ ਸੁੱਖ ਭੋਗਦਾ ਪਿਆ ਤੂੰ? ਆਪਣੇ ਚਾਚੇ ਦਾ ਵੈਰ ਤੇ ਉਹ ਕੱਢ ਨਹੀਂ ਸਕਿਆ। ਭਾਵ ਚਾਚਾ ਲੱਗਦਾ ਇਹਦਾ ਜਿਹੜਾ ਸੁਲਹੀ ਖਾਨ। ਕਹਿੰਦੇ ਤੇਰੇ ਚਾਚੇ ਦੀ ਮੌਤ ਹੋ ਗਈ ਤੇ ਤੂੰ ਆਪਣੇ ਚਾਚੇ ਦੀ ਮੌਤ ਦਾ ਬਦਲਾ ਵੀ ਨਹੀਂ ਹਜੇ ਤੱਕ ਲਿਆ, ਆਰਾਮ ਨਾਲ ਸੁੱਖ ਦੀ ਨੀਂਦ ਸੌਣਾ। ਇਹਦਾ ਮਤਲਬ ਤੂੰ ਇਸ ਲਾਇਕ ਹੀ ਨਹੀਂ ਹੈ। ਮੈਂ ਉਪਾਏ ਕਹਿਵੇ ਕਰੋ ਦਿਨ ਕੇਤਕ ਮਾਹੀ। ਕਹਿੰਦੇ ਦੇਖ ਮੈਂ ਦਿੱਲੀ ਤੋਂ ਚੱਲ ਕੇ ਇੱਥੇ ਤੱਕ ਬਾਦਸ਼ਾਹ ਨੂੰ ਲੈ ਕੇ ਆਇਆ ਇਸੇ ਵਾਸਤੇ ਕਿ ਮੈਂ ਕੁਝ ਨਾ ਕੁਝ ਐਸਾ ਉਪਾਅ ਕਰ ਰਿਹਾ ਕਈ ਦਿਨਾਂ ਤੋਂ ਵੀ ਕਿਸੇ ਵੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਬੰਦੀ ਬਣਾਇਆ ਜਾ ਸਕੇ। ਮਨ ਸਹਾਏ ਜੇ ਦੁਖ ਹਿਰਦੇ ਚੋਰੈਂਗੇ ਨਾਹੀ। ਮਨ ਸਹਾਏ ਜੇ ਦੁੱਖ ਹਿਰਦੇ, ਜੇ ਤੇਰੇ ਹਿਰਦੇ ਵਿੱਚ ਚਾਚੇ ਦੀ ਮੌਤ ਦਾ ਵਾਕਈ ਦੁੱਖ ਹੈ, ਜੇ ਤੂੰ ਬਦਲਾ ਲੈਣਾ ਚਾਹੁੰਦਾ ਤੇ ਫਿਰ ਮੈਂ ਤੇਰੀ ਸਹਾਇਤਾ ਕਰਾਂਗਾ। ਉਹਨੂੰ ਉਤਸ਼ਾਹਿਤ ਨਹੀਂ ਕਰਤਾ, ਉਹਨੂੰ ਹੋਰ ਭੜਕਾ ਦਿੱਤਾ। ਬਾਬਾ ਦਾਤੂ ਜੀ ਨੇ ਲੱਤ ਕਿਉਂ ਮਾਰੀ ਸੀ? ਕਿਉਂਕਿ ਉਹਦੇ ਮਿੱਤਰ ਰੋਜ਼ ਆ ਕੇ ਭੜਕਾਉਂਦੇ ਸੀ, ਰੋਜ਼ ਆ ਕੇ ਵੀ ਤੂੰ ਗੁਰੂ ਪੁੱਤਰ ਹੈ, ਤੈਨੂੰ ਕੀ ਮਿਲਿਆ, ਤੂੰ ਇੱਥੇ ਬੈਠਾ ਰਹਿ ਆਰਾਮ ਨਾਲ, ਉਧਰ ਦੇਖ ਗੋਇੰਦਵਾਲ ਸਾਹਿਬ ਕਿੰਨੇ ਰੰਗ ਲੱਗਿਆ। ਉਹ ਰੋਜ਼ ਮਿੱਤਰ ਆ ਕੇ ਗੱਲਾਂ ਕਰਦੇ ਰਹੇ। ਇੱਕ ਦਿਨ ਅੰਦਰ ਐਸੀ ਭਾਵਨਾ ਬਣੀ, ਤੁਰ ਪਿਆ ਗੁੱਸੇ 'ਚ। ਹੁਣ ਇੱਥੇ ਚੰਦੂ ਵੀ ਉਹੀ ਕੰਮ ਕਰ ਰਿਹਾ। ਕਹਿਣ ਲੱਗੇ ਜੇ ਤੂੰ ਆਪਣੇ ਚਾਚੇ ਦੀ ਮੌਤ ਦਾ ਦੁੱਖ ਆਪਣੇ ਅੰਦਰ ਲੈ ਕੇ ਬੈਠਾ ਤੇ ਫਿਰ ਮੈਂ ਤੇਰੀ ਸਹਾਇਤਾ ਕਰੂੰਗਾ। ਬੰਨ ਸਹਾਏ, ਮੈਂ ਤੇਰੀ ਸਹਾਇਤਾ ਕਰਾਂਗਾ, ਤੇਰਾ ਸਹਾਇਕ ਬਣਾਂਗਾ। ਜੇ ਦੁੱਖ ਹਿਰਦੇ, ਜੇ ਵਾਕਈ ਤੇਰੇ ਅੰਦਰ ਇਹ ਦੁੱਖ ਹੈ, ਛੋੜेंगे ਨਹੀਂ। ਆਪਾਂ ਦੋਵੇਂ ਰਲ ਕੇ ਯਤਨ ਕਰਦੇ ਹਾਂ, ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ। ਸੁਨ ਦੀਵਾਨ ਮੁਝ ਆਨ ਹੈ ਸੁਧ ਹੁਤੀ ਨਾ ਤਰੀ। ਕਹਿੰਦੇ ਸੁਨ ਦੀਵਾਨ ਮੁਝ ਆਨ ਹੈ ਸੁਧ ਹੁਤੀ ਨਾ ਤੇਰੀ। ਉਹਨੇ ਆਖਿਆ, ਕਹਿਣ ਲੱਗੇ ਵੀ ਤੇਰੇ ਆਉਣ ਦੀ ਜਿਹੜੀ ਖਬਰ ਹੈ ਉਹ ਇੱਥੇ ਸ਼ਾਹ ਪਾਬ ਜਹਾਂਗੀਰ ਨੂੰ ਨਹੀਂ ਹੋਈ ਹੈ। ਹਮ ਦੋਨੋਂ ਕੋ ਮਾਰਨੇ ਵਿਦ ਸੁਗਮ ਬਡੇਰੀ। ਇਸ ਲਈ ਸਾਡੇ ਦੋਵਾਂ ਦਾ ਰਲ ਕੇ ਕੋਈ ਪਲੈਨਿੰਗ ਕਰਦੇ ਹਾਂ, ਕਿਉਂਕਿ ਤੇਰੇ ਬਾਰੇ ਹਜੇ ਉਹਨੂੰ ਨਹੀਂ ਪਤਾ। ਅਸੀਂ ਦੋਵੇਂ ਰਲ ਕੇ ਕੋਈ ਐਸੀ ਪਲੈਨਿੰਗ ਕਰਦੇ ਹਾਂ ਜਿਹਦੇ ਨਾਲ ਜਿਹੜਾ ਸੁਗਮ ਨੇ ਸੌਖਾ ਹੀ ਗੁਰੂ ਅਰਜਨ ਦੇਵ ਜੀ ਨੂੰ ਬੰਦੀ ਬਣਾ ਲਿਆ ਜਾਏ ਜਾਂ ਉਹਨਾਂ ਨੂੰ ਮਿਟਾ ਦਿੱਤਾ ਜਾਵੇ। ਵਾਯੂ ਬੰਨੀ ਬਲੀ ਬਿਬ ਬਨ ਬੜੇ ਵਿਨਾਸ਼ੇ। ਕਹਿੰਦੇ ਜਦੋਂ ਹਵਾ ਤੇ ਅੱਗ ਦੋਵੇਂ ਆਪਸ ਵਿੱਚ ਮਿਲ ਜਾਣ, ਅੱਗ ਬਲਦੀ ਹੋਵੇ ਨਾ ਤੇ ਉਧਰੋਂ ਹਵਾ ਤੇਜ਼ ਹੋ ਜਾਏ ਤੇ ਫਿਰ ਕੀ ਹੁੰਦਾ? ਵਿਨਾਸ਼ ਹੋ ਜਾਂਦਾ ਹੈ। ਫਿਰ ਉਹ ਅੱਗ ਸਭ ਕੁਝ ਸਾੜ ਕੇ ਸੁਆਹ ਕਰਦੀ, ਕਿਉਂਕਿ ਅੱਗ ਤੇ ਬਲ ਰਹੀ ਸੀ, ਪਰ ਜਦੋਂ ਉਹਦਾ ਮੇਲ ਹਵਾ ਨਾਲ ਹੋਇਆ ਉਹਨੇ ਆਸ-ਪਾਸ ਸਭ ਕੁਝ ਸਾੜ ਕੇ ਰੱਖ ਦਿੱਤਾ। ਕਹਿੰਦੇ ਜੇ ਆਪਾਂ ਦੋਵੇਂ ਇਕੱਠੇ ਹੋ ਜਾਾਂਗੇ ਤਾਂ ਫਿਰ ਅਸੀਂ ਗੁਰੂ ਦਾ ਵਿਨਾਸ਼ ਕਰ ਸਕਦੇ ਹਾਂ। ਹੁਕਮ ਦਿਵਾਵੋ ਚਾਹੋ ਤੇ ਗੁਰ ਜਾਓ ਅਵਾਸੈ। ਕਹਿੰਦੇ ਮੈਨੂੰ ਫਿਰ ਇਦਾਂ ਕਰੋ, ਆਪਣੇ ਬਾਦਸ਼ਾਹ ਕੋਲੋਂ ਹੁਕਮ ਦਿਵਾਵੋ, ਉਹਦੇ ਕੋਲੋਂ ਹੁਕਮ ਦਿਵਾ ਦਿਓ ਤੇ ਮੈਂ ਜਾ ਕੇ ਗੁਰੂ ਦੇ ਅਵਾਸੇ ਮਨੇ ਘਰ, ਉਹਨਾਂ ਦੇ ਘਰ ਜਾ ਕੇ ਹੀ ਉਹਨਾਂ ਨੂੰ ਮੈਂ ਪਕੜ ਲਵਾਂਗਾ। ਪਹੁੰਚਤ ਪੁਰ ਮੈਂ ਪਕੜ ਹੋਂ ਕਾਰਾਗ੍ਰਹਿ ਪਾਵੋ। ਹੁਣ ਉਹ ਕਹਿੰਦਾ ਸੁਲਹੀ ਖਾਨ ਵੀ ਤੂੰ ਬਾਦਸ਼ਾਹ ਕੋਲੋਂ ਵਾਰੰਟ ਜਾਰੀ ਕਰਵਾ, ਮੈਂ ਜਾਣਾ ਉੱਥੇ ਤੇ ਜਾ ਕੇ ਉਹਨਾਂ ਨੂੰ ਬੰਦੀ ਬਣਾ ਲੈਣਾ ਤੇ ਲਾਹੌਰ ਪਹੁੰਚਣ ਤੇ ਕਾਰਾਗ੍ਰਹਿ ਪਾਵੋ, ਉਹਨਾਂ ਨੂੰ ਫਿਰ ਕੈਦਖਾਨੇ ਵਿੱਚ ਪਾ ਦੇਵਾਂਗੇ। ਨਿਸਮੈ ਇਕਲ ਕੋ ਕਰੋ ਧਰ ਸਿਰ ਉਤਰਾਵੋ। ਕਹਿੰਦੇ ਨਿਸਮੈ ਇਕਲ ਕੋ ਕਰੋ ਧਰ ਸਿਰ ਉਤਰਾਵੋ, ਤੇ ਜਾਂ ਫਿਰ ਮੈਂ ਇਕੱਲਾ ਹੀ ਜਾ ਕੇ ਉੱਥੇ ਮੌਕਾ ਦੇ ਕੇ ਉਹਨਾਂ ਦਾ ਸਿਰ ਧੜ ਨਾਲੋਂ ਅਲੱਗ ਜਿਹੜਾ ਕਰ ਦਿੰਨਾ ਹਾਂ। ਇਹਾਂ ਸ਼ਾਹੋ ਲਗ ਬਾਤ ਕੋ ਪਹੁੰਚਨ ਨਹਿ ਦੀਜੈ। ਜਾਂ ਤੇ ਇਦਾਂ ਕਰ ਵੀ ਤੂੰ ਇੱਥੇ ਬਾਦਸ਼ਾਹ ਨੂੰ ਸੰਭਾਲ, ਉਧਰ ਮੈਂ ਜਾ ਕੇ ਉਹਨਾਂ ਦਾ ਰਾਤ ਹਨੇਰੇ ਵਿੱਚ ਫਾਇਦਾ ਚੁੱਕ ਕੇ ਤੇ ਜਿਹੜਾ ਸੀਸ ਹੈ ਉਹ ਧੜ ਨਾਲੋਂ ਅਲੱਗ ਕਰ ਦੇਣਾ। ਤੇ ਜੇ ਕੋਈ ਗੱਲ ਹੋਈ ਤਾਂ ਇਹਾਂ ਸ਼ਾਹੋ ਲਗ ਬਾਤ ਪਹੁੰਚਣ ਨਾ ਦੀਜੈ, ਇੱਥੇ ਤੂੰ ਜਹਾਂਗੀਰ ਤੱਕ ਇਹ ਖਬਰ ਪਹੁੰਚਣ ਨਾ ਦੇਵੀਂ। ਨਿਕਲ ਧਨ ਦੇਹੋ ਤਿਨੈ ਆਪਣੇ ਕਰ ਲੀਜੈ। ਕਹਿੰਦੇ ਫਿਰ ਕੀ ਕਹੋ? ਰਹਿ ਨਿਕਟ ਧਨ ਦੇਹੋ ਤਿਨੇ ਆਪਣੇ ਕਰ ਲੀਜੈ। ਕਿਸੇ ਵੀ ਤਰ੍ਹਾਂ ਝੂਠੀਆਂ ਗਵਾਹੀਆਂ ਦੇ ਕੇ ਜਾਂ ਝੂਠ ਦੇ ਪੁਲੰਦੇ ਤਿਆਰ ਕਰਕੇ ਉਹਨਾਂ ਨੂੰ ਧਨ ਦੇ ਕੇ ਕਿਸੇ ਵੀ ਤਰ੍ਹਾਂ ਤੂੰ ਬਾਦਸ਼ਾਹ ਨੂੰ ਆਪਣੇ ਕੋਲ ਹੀ ਰੱਖੀ, ਆਪਣੇ ਵੱਲ ਰੱਖੀ, ਤਾਂ ਕਿ ਉਹ ਉਹਦੇ ਤੱਕ ਇਹ ਖਬਰ ਪਹੁੰਚ ਨਾ ਸਕੇ। ਜੇ ਕਰ ਕੋ ਚਿਰਕਾਲ ਮਹਿ ਸੁਧ ਪਹੁੰਚ ਬਤਾਵੈ। ਕਹਿੰਦੇ ਜਦੋਂ ਸਮਾਂ ਬੀਤ, ਜਿਵੇਂ ਕਹਿੰਦੇ ਨਾ ਰਾਤ ਗਈ ਬਾਤ ਗਈ, ਜਦੋਂ ਬਹੁਤ ਸਮਾਂ ਬੀਤ ਜਾਏਗਾ ਫਿਰ ਦੇਖੀ ਜਾਏਗੀ। ਚਿਰੰਕਾਲ ਬਹੁਤ ਲੰਮਾ ਸਮਾਂ, ਜਦੋਂ ਸਮਾਂ ਬਹੁਤ ਦਿਨ ਬਤੀਤ ਹੋ ਜਾਣਗੇ ਫਿਰ ਪਤਾ ਲੱਗਦਾ ਲੱਗੀ ਜਾਏ, ਕੋਈ ਗੱਲ ਨਹੀਂ, ਪਰ ਹੁਣ ਨਹੀਂ, ਕਿਉਂਕਿ ਫਿਰ ਬਾਦਸ਼ਾਹ ਵੀ ਭੜਕ ਜਾਏਗਾ ਵੀ ਮੈਂ ਤੇ ਹਜੇ ਕੋਈ ਐਸਾ ਹੁਕਮ ਜਾਰੀ ਕੀਤਾ ਨਹੀਂ ਸੀ ਤੇ ਤੁਸੀਂ ਜਿਹੜਾ ਇਹ ਕਿਵੇਂ ਕੀਤਾ। ਇਸ ਲਈ ਕੁਝ ਦਿਨ ਬਤੀਤ ਹੋ ਜਾਣ ਫਿਰ ਕੋਈ ਪਰਵਾਹ ਨਹੀਂ ਹੈ। ਕਰ ਫਰੇਬ ਕੋ ਬਿਦਨ ਕੇ ਤਬ ਬਾਤ ਮਿਟਾਵੈ। ਕਹਿੰਦੇ ਫਿਰ ਕੋਈ ਨਾ ਕੋਈ ਛੱਲ ਕਪਟ ਕਰ ਲਾਂਗੇ ਆਪਾਂ, ਫਿਰ ਇਹ ਰਫਾ ਦਫਾ ਕਰ ਦਿਆਂਗੇ ਗੱਲ। ਇਹ ਆਪਸ ਵਿੱਚ ਬੈਠੇ ਆ ਸੁਲਹੀ ਖਾਨ ਤੇ ਚੰਦੂ। ਕਹਿੰਦੇ ਜਦੋਂ ਬਹੁਤ ਦਿਨ ਬਤੀਤ ਹੋ ਗਏ ਤੇ ਜੇ ਗੱਲ ਪਤਾ ਵੀ ਲੱਗ ਗਈ ਨਾ, ਫਿਰ ਕਰ ਫਰੇਬ ਬੋ ਵਿਦਨ ਕੇ ਤਬ ਬਾਤ ਮਿਟਾਵੋ, ਫਿਰ ਕੋਈ ਛੱਲ ਕਪਟ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਰਫਾ ਦਫਾ ਕਰ ਦਿਆਂਗੇ, ਇਹ ਗੱਲ ਖਤਮ ਹੋ ਜਾਵੇਗੀ। ਇਹ ਤੇਰੇ ਘਰ ਕਾਜ ਹੈ ਮਾਰਨ ਘਰ ਮੇਰੇ। ਕਹਿੰਦੇ ਚੰਦੂ ਕੰਮ ਤੂੰ ਕਰਨਾ ਹੈ ਤੇ ਮਾਰਨ ਵਾਲਾ ਕੰਮ ਮੇਰੇ ਜਿੰਮੇ। ਸੁਲਹੀ ਖਾਨ ਕਹਿੰਦਾ ਵੀ ਮਾਰਨ ਘਰ ਮੇਰੇ ਦੀ, ਮਾਰਨ ਵਾਲਾ ਕੰਮ ਮੇਰੇ ਜਿੰਮੇ ਆ, ਔਰ ਇਹ ਤੇਰੇ ਘਰ ਕਾਜ ਹੈ, ਤੇ ਜਿਹੜਾ ਇਧਰ ਬਾਦਸ਼ਾਹ ਵਾਲਾ ਇਹਨੂੰ ਸੰਭਾਲਣਾ, ਇਹਦੇ ਤੱਕ ਗੱਲ ਨਾ ਪਹੁੰਚਣ ਦੇਣੀ, ਇਹ ਤੇਰਾ ਕੰਮ ਹੈ। ਗਇਓ ਨਿਸੰਸੇ ਮਾਰੇ ਹੋ ਰਿਣ ਉਤਰ ਬਡੇਰੇ। ਕਹਿਣ ਲੱਗੇ ਮੈਨੂੰ ਕੋਈ ਇਹਦੇ ਵਿੱਚ ਸੰਸਾ ਨਹੀਂ, ਭੈ ਨਹੀਂ, ਡਰ ਨਹੀਂ, ਮੈਂ ਜਾ ਕੇ ਉਹਨਾਂ ਨੂੰ ਮਾਰ ਮੁਕਾਵਾਂਗਾ ਤੇ ਜਿਹੜਾ ਮੇਰੇ ਸਿਰ ਉੱਤੇ ਚਾਚੇ ਦੀ ਮੌਤ ਦਾ ਕਰਜ਼ ਚੜਿਆ ਹੋਇਆ, ਰਿਣ ਚੜਿਆ ਹੋਇਆ, ਉਹ ਵੀ ਮੇਰੇ ਉੱਤੋਂ ਦੀ ਉਤਰ ਜਾਏਗਾ। ਇਹ ਗਲਤ ਫਹਿਮੀਆਂ ਬੰਦੇ ਨੂੰ ਕਿੱਥੇ ਤੱਕ ਲੈ ਜਾਂਦੀਆਂ ਨੇ। ਅਸੀਂ ਜਿਹੜਾ ਕੋਸ਼ਿਸ਼ ਕਰੀਏ ਕਿ ਜਿਵੇਂ ਅਸੀਂ ਆਪਣੀ ਜ਼ਿੰਦਗੀ ਬਿਤਾ ਲਈ, ਵੈਸੇ ਤੇ ਕੋਸ਼ਿਸ਼ ਕਰੋ ਜੇ ਰੱਬੀ ਬਾਣੀ ਦਾ ਅਭਿਆਸ ਐਸਾ ਹੋਵੇ ਕਿ ਸਾਡੇ ਮਨਾਂ ਵਿੱਚੋਂ ਇਹ ਈਰਖਾ ਦਵੈਸ਼ ਭਾਵਨਾ ਖਤਮ ਹੋ ਜਾਏ। ਪਰ ਜੇ ਜਿਵੇਂ ਕਿਵੇਂ ਸਮਾਂ ਲੰਘ ਗਿਆ, ਪਰ ਕਮ ਸੇ ਕਮ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਸਿੱਖਿਆਵਾਂ ਨਾ ਦਈਏ, ਕਿਉਂਕਿ ਆਉਣ ਵਾਲਾ ਸਮਾਂ ਫਿਰ ਪਤਾ ਨਹੀਂ ਕੀ ਭਿਆਨਕ ਰੂਪ ਧਾਰ ਜਾਏਗਾ। ਇਹਨੇ ਆਖਿਆ ਮੇਰਾ ਰਿਣ ਮੇਰਾ ਕਰਜ਼ ਤਾਂ ਹੀ ਉਤਰੇਗਾ। ਮਮ ਚਾਚੀ ਵਿਧਵਾ ਭਈ ਗਨ ਤਰਕ ਉਤਾਰੈ। ਕਿਉਂਕਿ ਮੇਰੀ ਜਿਹੜੀ ਚਾਚੀ ਹੈ ਨਾ, ਜਦੋਂ ਮੈਂ ਦੇਖਦਾ ਉਹਦੀ ਹਾਲਤ ਹੈ ਤੇ ਉਹ ਵੀ ਮੈਨੂੰ ਜਿਹੜਾ ਉਹ ਰੋਸ ਪ੍ਰਗਟ ਕਰਦੀ ਹੈ। ਜਿਸ ਹੱਥ ਵੇ ਹਿਤ ਪਤ ਗਇਓ ਤਿਸ ਤੁਨਹਿ ਮਾਰੈ। ਉਹ ਵੀ ਮੈਨੂੰ ਕਿਤੇ ਨਾ ਕਿਤੇ ਕਹਿ ਰਹੀ ਹੁੰਦੀ ਆ ਕਿ ਜਿਸ ਨੂੰ ਮਾਰਨ ਵਾਸਤੇ ਮੇਰਾ ਪਤੀ ਗਿਆ ਸੀ, ਤੂੰ
ਉਹਨੂੰ ਹਜੇ ਤੱਕ ਕਿਉਂ ਨਹੀਂ ਮਾਰਿਆ? ਕਾਹਦਾ ਚਾਚੇ ਭਤੀਜੇ ਦਾ ਪਿਆਰ ਹੈ ਜਿਹੜਾ ਆਪਣੇ ਚਾਚੇ ਦੀ ਮੌਤ ਦਾ ਹਜੇ ਤੱਕ ਬਦਲਾ ਹੀ ਨਹੀਂ ਲੈ ਸਕਿਆ। ਜਦੋਂ ਮੈਂ ਆਪਣੀ ਚਾਚੀ ਵੱਲ ਵੇਖਦਾ, ਸੁਲਭੀ ਖਾਂ ਕਹਿੰਦਾ, ਜਦੋਂ ਮੈਂ ਦੇਖਦਾ ਤੇ ਮੈਨੂੰ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਕਹਿ ਰਹੀ ਹੋਵੇ ਕਿ ਜਿਹਨੂੰ ਪਕੜਨ ਲਈ ਮੇਰਾ ਪਤੀ ਗਿਆ ਸੀ, ਮਾਰਿਆ ਗਿਆ, ਤੂੰ ਹਜੇ ਤੱਕ ਉਹਨੂੰ ਕਿਉਂ ਨਹੀਂ ਮਾਰ ਸਕਿਆ? ਲਾਜ ਨਹੀਂ ਕਿਸ ਕਾਜ ਕੀ ਰਿਪ ਸੁਖੀ ਰਹੰਤਾ। ਕਹਿੰਦੇ ਕਾਹਦਾ ਤੂੰ ਆਪਣੇ ਘਰ ਸੁੱਖ ਭੋਗਦਾ, ਤੈਨੂੰ ਲਾਜ ਨਹੀਂ, ਭਾਵ ਤੈਨੂੰ ਸ਼ਰਮ ਹਿਆ ਨਹੀਂ। ਮੈਨੂੰ ਆਪਣੀ ਚਾਚੀ ਵੱਲ ਵੇਖ ਕੇ ਇਸ ਤਰ੍ਹਾਂ ਲੱਗਦਾ ਹੈ। ਬਲ ਛਲ ਕਰ ਜਾਦੂ ਅਧਿਕ ਤਸ ਪਾਵਕ ਹੰਤਾ। ਬਸ ਮੇਰੇ ਮਨ ਵਿੱਚ ਇਹ ਵਲਵਲੇ ਨੇ ਕਿ ਕਿਸੇ ਵੀ ਤਰ੍ਹਾਂ ਕੋਈ ਜਾਦੂ ਹੀ ਚੱਲ ਜਾਏ, ਕੋਈ ਛਲ ਬਲ ਕਰਾਂ, ਬਸ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਮਿਟਾਉਣਾ ਹੈ। ਮੇਰੇ ਅੰਦਰ ਪਾਵਕ ਇਹ ਈਰਖਾ ਦੀ ਅੱਗ ਜਿਹੜੀ ਆ, ਮੇਰੇ ਅੰਦਰ ਜਾਂ ਬਦਲੇ ਦੀ ਅੱਗ ਜਿਹੜੀ ਆ, ਇਹ ਬਲ ਰਹੀ ਹੈ, ਮੈਨੂੰ ਸਾੜ ਰਹੀ ਹੈ। ਜਤਨ ਬਣਿਓ ਨੈ ਮੋਹਿ ਤੇ ਚਿਤਵਤ ਚਿਤਨੀਤਾ। ਯਤਨ ਬਣਿਓ ਨਾ ਮੋਹੇ ਤੇ ਮੇਰੇ ਕੋਲੋਂ ਹਜੇ ਤੱਕ ਕੋਈ ਯਤਨ ਹੀ ਨਹੀਂ ਐਸਾ ਹੋ ਸਕਿਆ। ਮੈਂ ਕੋਸ਼ਿਸ਼ ਬੜੀ ਕਰਦਾ ਪਰ ਗੱਲ ਨਹੀਂ ਬਣੀ। ਚਿਤਵਤ ਚਿਤ ਨੀਤ, ਨਿਤ ਆਪਣੇ ਚਿੱਤ ਵਿੱਚ ਚਿਤਵਦਾ ਰਹਿਣਾ, ਸੋਚਦਾ ਰਹਿਣਾ ਕਿ ਕੋਈ ਵਿਦ ਬਣੇ, ਕੋਈ ਐਸਾ ਸਾਥੀ ਮਿਲ ਜਾਏ ਜਿਹਦੇ ਨਾਲ ਮੈਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚ ਸਕਾਂ। ਸਮਝੋ ਆਜ ਪ੍ਰਸੰਗ ਕੋ ਆਇਓ ਧਰ ਪ੍ਰੀਤਾ। ਇਸ ਲਈ ਅੱਜ ਤੁਹਾਡਾ ਇੱਥੇ ਆਉਣ ਦਾ ਮੈਨੂੰ ਪਤਾ ਲੱਗਾ ਵੀ ਚੰਦੂ ਜਿਹੜਾ ਦੀਵਾਨ ਬਾਦਸ਼ਾਹ ਦੇ ਦਰਬਾਰ ਵਿੱਚ ਦੀਵਾਨ ਦੀ ਪਦਵੀ ਤੇ ਬੈਠਾ ਹੈ, ਉਹ ਵੀ ਗੁਰੂ ਅਰਜਨ ਦੇਵ ਜੀ ਨੂੰ ਮਿਟਾਉਣਾ ਚਾਹੁੰਦਾ ਹੈ। ਔਰ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰੀਥੀ ਚੰਦ, ਉਹ ਵੀ ਇਹੀ ਕਾਰਾ ਕਰਨਾ ਚਾਹੁੰਦਾ ਹੈ। ਹੁਣ ਮੈਂ ਸਾਰੀ ਖੇਡ ਜਿਹੜੀਆਂ ਸਮਝ ਕੇ ਤੁਹਾਡੇ ਕੋਲ ਆਇਆ ਹਾਂ। ਸੁਨ ਚੰਦੂ ਹਰਖਿਓ ਰਿਦੇ ਜੇ ਇਮ ਕਰ ਆਵੇ। ਹੁਣ ਕਹਿੰਦੇ ਸੁਨ ਚੰਦੂ ਹਰਖਿਓ ਰਿਦੇ, ਇਹ ਖੁਸ਼ ਹੋ ਗਿਆ ਵੀ ਹੋਰ ਕੀ ਚਾਹੀਦਾ। ਬਾਦਸ਼ਾਹ ਨੂੰ ਮੈਂ ਆਪੇ ਸੰਭ ਲਾਂਗਾ ਕਿਉਂਕਿ ਉਹਦਾ ਭੇਦ ਮੈਨੂੰ ਪਤਾ ਹੈ ਕਿ ਕਿਹੜੇ ਮੌਕੇ ਕਿਹੜੀ ਗੱਲ ਕਰਨੀ ਹੈ, ਕਿਵੇਂ ਉਹਨੂੰ ਸੰਭਲਣਾ ਹੈ, ਉਹ ਮੈਨੂੰ ਪਤਾ ਹੈ। ਇਹ ਜੇ ਇਹ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਮਿਟਾ ਦਿੰਦਾ ਤੇ ਹੋਰ ਕੀ ਚਾਹੀਦਾ। ਕਹਿੰਦੇ ਸੁਣ ਕੇ ਨਾ ਚੰਦੂ ਬੜਾ ਖੁਸ਼ ਹੋਇਆ ਵੀ ਜੇ ਇਮ ਕਰ ਆਵੇ, ਵੀ ਜੇ ਸੁਲਭੀ ਖਾਂ ਜਿਵੇਂ ਤੂੰ ਸੋਚੀ ਬੈਠਾ ਜੇ ਇਸ ਤਰ੍ਹਾਂ ਕਰਕੇ ਆ ਜਾਵੇਂ। ਸਦਾ ਆਪਰੀ ਤੋਹੇ ਕੋ ਸਭ ਕਸ਼ਟ ਮਿਟਾਵੇ। ਹੁਣ ਉਹ ਪਤਾ ਅਸੀਸ ਦਿੰਦਾ ਹੋਇਆ ਚੰਦੂ ਕੀ ਕਹਿੰਦਾ, ਕਹਿਣ ਲੱਗੇ ਜੇ ਤੂੰ ਆਹ ਕੰਮ ਕਰਕੇ ਆ ਜਾਏ ਤਾਂ ਸਦਾ ਅਫਰੀ ਤੋਹੇ, ਅਫਰੀ ਇੱਥੇ ਅਰਥ ਹੈ ਸ਼ਾਬਾਸ਼ੀ, ਤੇ ਤੈਨੂੰ ਸ਼ਾਬਾਸ਼ੀ ਵੀ ਦਰਬਾਰ ਬਾਦਸ਼ਾਹ ਦੇ ਦਰਬਾਰ ਚੋਂ ਦਵਾਵਾਂਗਾ ਔਰ ਸਭ ਕਸ਼ਟ ਮਿਟਾਵਾਂ। ਜਿਹੜੇ ਤੇਰੀ ਜ਼ਿੰਦਗੀ ਦੇ ਦੁੱਖ ਕਸ਼ਟ ਹੋਣਗੇ ਉਹ ਵੀ ਬਾਦਸ਼ਾਹ ਨੂੰ ਕਹਿ ਕੇ ਮਿਟਵਾ ਦਿਆਂਗਾ। ਰਾਤ ਸਮੀਪੀ ਰਹੋ ਤੁਮ ਜਬ ਅਵਸਰ ਪਾਉ। ਕਹਿੰਦੇ ਪਰ ਇਸ ਤਰ੍ਹਾਂ ਨਾ ਜਾ, ਮੈਨੂੰ ਸੋਚਣ ਦੇ, ਕੋਈ ਪਲੈਨਿੰਗ ਕਰਨ ਦੇ, ਉਸ ਮੁਤਾਬਕ ਫਿਰ ਤੂੰ ਆਪਣੀ ਕਾਰਵਾਈ ਕਰੀ। ਕੀ ਕਰਨਾ ਹੈ? ਕਹਿੰਦੇ ਪ੍ਰਾਤ ਸਮੀਪੀ ਰਹੋ, ਰਾਤ ਸੀ ਨਾ, ਰਾਤ ਬੈਠ ਕੇ ਗੱਲਾਂ ਕਰ ਰਹੇ ਨੇ। ਕਹਿੰਦੇ ਇਦਾਂ ਕਰ, ਦਿਨ ਚੜਨ ਤੱਕ ਤੂੰ ਇੱਥੇ ਹੀ ਮੇਰੇ ਕੋਲ ਰਹਿ, ਜਬ ਅਵਸਰ ਪਾਉਂ, ਜਦੋਂ ਮੈਂ ਕੋਈ ਮੌਕਾ ਵੇਖਾਂ ਤੇ ਫਿਰ ਤੈਨੂੰ ਮੈਂ ਦੱਸਾਂਗਾ ਵੀ ਕਿਹੜੇ ਵੇਲੇ ਜਾਣਾ ਹੈ। ਆਜ ਸਮਾਨ ਮਿਲਾਪ ਹੋਏ ਕਰ ਸ਼ਾਹ ਰਿਜਾਊ। ਕਹਿੰਦੇ ਅੱਜ ਅਸੀਂ ਇੱਥੇ ਜਿਹੜਾ ਇਕੱਠੇ ਹੋਏ ਹਾਂ, ਕਿਸੇ ਨਾ ਕਿਸੇ ਤਰ੍ਹਾਂ ਇੱਥੇ ਤੱਕ ਪਹੁੰਚੇ ਹੋਏ ਹਾਂ, ਬਸ ਕਿ ਸ਼ਾਹੂ ਰਿਜਾਊ, ਮੈਨੂੰ ਥੋੜਾ ਜਿਹਾ ਹੋਰ ਗੱਲਾਂ ਬਾਤਾਂ ਲਾ ਕੇ ਉਹਨੂੰ ਰਿਜਾ ਲੈਣ ਦੇ। ਤਬ ਹੈ ਪ੍ਰਸੰਗ ਚਲਾਵੇ ਹੋ ਤਸ ਕਰਨ ਬਡੇਰਾ। ਕਹਿੰਦੇ ਫਿਰ ਉੱਥੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਆ, ਕੋਈ ਵਿਧ ਬਣਾਉਂਦੇ ਆ ਜਿਹਦੇ ਨਾਲ ਕਹਿੰਦੇ ਉਹ ਜਿਹੜਾ ਬਾਦਸ਼ਾਹ ਵੀ ਸਾਡੀਆਂ ਗੱਲਾਂ ਦੇ ਵਿੱਚ ਆ ਜਾਵੇ। ਹੁਣ ਉਹ ਗੱਲ ਜਿਹੜੀਆਂ ਬਣਾਉਂਦਾ ਚੰਦੂ, ਇਹ ਗੱਲ ਆਖ ਰਿਹਾ ਹੈ। ਕਰੋ ਗਾਹੀ ਮਦਦ ਕੋ ਪਾਰਿਓ ਕਹੋ ਡੇਰਾ। ਤੂੰ ਇੱਕ ਕੰਮ ਕਰ, ਅੱਜ ਤੂੰ ਇਹ ਜਿਹੜਾ ਨਾ ਇਹ ਲਸ਼ਕਰ ਜਿਹੜਾ ਨਾਲ ਆਇਆ, ਤੂੰ ਇਹਦੇ ਤੰਬੂ ਨੂੰ ਪਾੜਨਾ ਹੈ। ਤੰਬੂ ਨੂੰ ਪਾੜ ਕੇ ਅਸੀਂ ਇੱਕ ਵਿਧ ਬਣਾਉਣੀ ਆ ਵੀ ਚੋਰ ਆਏ ਸੀ ਚੋਰੀ ਕਰਨ ਵਾਸਤੇ ਤੇ ਬਾਦਸ਼ਾਹ ਸਲਾਮਤ। ਦੇਖੋ ਚੋਰਾਂ ਦੀ ਹਿੰਮਤ ਇਹ ਤੁਹਾਨੂੰ ਵੀ ਨਹੀਂ ਇਹਨਾਂ ਨੇ ਬਖਸ਼ਿਆ। ਹੁਣ ਇੱਕ ਕਹਾਣੀ ਹੋਰ ਘੜਨੀ ਸ਼ੁਰੂ ਹੋ ਗਈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹ ਸੁਲਭੀ ਖਾਨ ਨੂੰ ਗੁਰੂ ਪਾਤਸ਼ਾਹ ਕੋਲ ਭੇਜਿਆ ਜਾਏ। ਕਹਿੰਦੇ ਆਪਾਂ ਹੁਣ ਇਹ ਵਿਧ ਵਿਉਂਤ ਬਣਾਉਂਦੇ ਹਾਂ। ਇਸ ਹੂੰ ਭੇਜੋ ਤਹਿਤ ਹੈ ਸਮਝਾਵਨ ਹੇਤੂ। ਤੇ ਮੈਂ ਜਾ ਕੇ ਫਿਰ ਬਾਦਸ਼ਾਹ ਨੂੰ ਕਹਾਂਗਾ ਵੀ ਦੇਖੋ ਚੋਰਾਂ ਦੀ ਹਿੰਮਤ, ਉਹ ਭੇਜਣ ਵਾਲਾ ਕੌਣ ਹੈ? ਗੁਰੂ ਅਰਜਨ ਦੇਵ ਜੀ। ਉਹਨਾਂ ਦੀ ਹਿੰਮਤ ਕਿੰਨੀ ਪੈ ਗਈ ਤੇ ਸਾਡੇ ਤੰਬੂ ਤੱਕ ਵੀ ਉਹ ਪਹੁੰਚ ਗਏ। ਫਿਰ ਉਹ ਕਿਸੇ ਨਾ ਕਿਸੇ ਨੂੰ ਸਮਝਾਉਣ ਲਈ ਭੇਜੇਗਾ। ਦੇਖੋ ਕਿੱਡਾ ਤੇਜ਼ ਦਿਮਾਗ ਹੈ ਚੰਦੂ ਦਾ। ਫਿਰ ਉਹ ਕਿਸੇ ਨਾ ਕਿਸੇ ਨੂੰ ਸਮਝਾਉਣ ਵਾਸਤੇ ਭੇਜੇਗਾ। ਕਿਦੋਂ ਕਾਰਨ ਕੋ ਨਿਕਟ ਤਿਸ ਪਠੈ ਨਿਕੇਤੂ। ਫਿਰ ਉਹ ਕਹੇਗਾ ਵੀ ਕੋਈ ਸਿਆਣਾ ਸੂਝਵਾਨ ਜਿਹੜਾ ਉਹ ਬੁਲਾਓ ਜਿਹਨੂੰ ਮੈਂ ਗੁਰੂ ਅਰਜਨ ਦੇਵ ਜੀ ਨੂੰ ਸਮਝਾਉਣ ਲਈ ਭੇਜਣਾ ਕਰਾਂ। ਮੈਂ ਤਬ ਤੇਰੋ ਨਾਮ ਲੈ ਦਹੋਂ ਸਮਝਾਈ। ਹੁਣ ਕਹਾਣੀ ਵੀ ਆਪ ਬਣਾਈ, ਸਾਰਾ ਕੁਝ ਆਪ ਕਰਨਾ। ਕੀ ਕੀਤਾ? ਤੰਬੂ ਨੂੰ ਵੀ ਆਪ ਪੜਨਾ ਤੇ ਉਧਰੋਂ ਇਲਜ਼ਾਮ ਲਾ ਦੇਣਾ ਵੀ ਚੋਰ ਆਏ ਸੀ। ਫਿਰ ਬਾਦਸ਼ਾਹ ਨੇ ਕਹਿਣਾ, ਉਹਨੂੰ ਜਦੋਂ ਕਹਿਣਾ ਵੀ ਇਹ ਗੁਰੂ ਅਰਜਨ ਦੇਵ ਜੀ ਨੇ ਭੇਜਿਆ, ਫਿਰ ਉਹ ਕਹੇਗਾ ਵੀ ਕੋਈ ਜਾਵੇ ਸਮਝਾ ਕੇ ਆਵੇ। ਤੇ ਜਦੋਂ ਮੈਨੂੰ ਉਹ ਕਹੇਗਾ ਨਾ, ਫਿਰ ਮੈਂ ਤੇਰਾ ਨਾਮ ਲੈ ਦਿਆਂਗਾ ਵੀ ਸੁਲਭੀ ਖਾਨ ਜਿਹੜਾ ਇਹ ਬੜਾ ਸੂਝਵਾਨ ਹੈ, ਇਹਨੂੰ ਸਮਝਾਉਣ ਵਾਸਤੇ ਭੇਜਦੇ ਹਾਂ। ਹਜ਼ਰਤ ਜੀ ਸੁਲਭੀ ਪਠੋ ਸੁਧ ਲਹਿ ਜਾਈ। ਕਹਿੰਦੇ ਫਿਰ ਜਦੋਂ ਉਹ ਹਜ਼ਰਤ ਬਾਦਸ਼ਾਹ ਜਦੋਂ ਉਹ ਹੁਕਮ ਜਾਰੀ ਕਰ ਦੇਗਾ, ਫਿਰ ਤੂੰ ਜਾ ਕੇ ਆਪਣਾ ਬਦਲਾ ਵੀ ਲੈ ਲਈ ਤੇ ਆਪਣੇ ਅੰਦਰ ਜੋ ਤੇਰੇ ਭਾਵਨਾ, ਜੋ ਕਾਰਵਾਈ ਕਰਨੀ ਆ ਉਹ ਤੂੰ ਕਰ ਦੇਵੀਂ। ਸਾਚ ਕਿਦੋਂ ਹੋਏ ਕੂਰੇ ਤਿਨ ਹੋ ਸਮਝਾਵੇ। ਕਹਿਣ ਲੱਗੇ ਹੈ ਤਾਂ ਇਹ ਸਾਰਾ ਕੁਝ ਕੂੜ, ਪਰ ਅਸੀਂ ਬਾਦਸ਼ਾਹ ਦੇ ਸਾਹਮਣੇ ਇਸ ਤਰ੍ਹਾਂ ਗੱਲ ਰੱਖਣੀ ਆ ਵੀ ਜਿਵੇਂ ਉਹਨੂੰ ਲੱਗੇ ਸਾਰਾ ਕੁਝ ਸੱਚ ਹੀ ਹੋ ਰਿਹਾ ਹੈ। ਇਹਨੂੰ ਕਹਿੰਦੇ ਆ ਭਰਮ। ਭਰਮ ਦੇ ਵਿੱਚ ਹੀ ਭਟਕਣਾ ਬਣਦੀ ਹੈ। ਜੈਸਾ ਮੰਨੀਏ ਹੋਏ ਨਾ ਤੈਸਾ, ਜਿੱਦਾਂ ਦਾ ਮੰਨ ਰਹੇ ਆ ਵੈਸਾ ਕੁਝ ਵੀ ਨਹੀਂ ਹੈ, ਤੇ ਜੋ ਅਸੀਂ ਮੰਨਣ ਨੂੰ ਤਿਆਰ ਨਹੀਂ ਹੁੰਦਾ ਉਹ ਵੈਸਾ ਹੀ ਹੈ। ਬਸ ਇਹ ਭਰਮ ਫਿਰ ਪਤਾ ਨਹੀਂ ਕਿਹੜੇ ਕਿਹੜੇ ਰਾਹ ਪਾ ਦਿੰਦਾ ਸਾਨੂੰ। ਹੁਣ ਇਹਨੇ ਆਖਿਆ ਵੀ ਹੈ ਤੇ ਇਹ ਸਾਰਾ ਕੁਝ ਕੂੜ ਹੀ ਹੋਵੇਗਾ, ਝੂਠੀ ਕਹਾਣੀ ਹੋਵੇਗੀ, ਪਰ ਬਾਦਸ਼ਾਹ ਦੇ ਸਾਹਮਣੇ ਇਸ ਤਰ੍ਹਾਂ ਰੱਖਣੀ ਹੈ ਜਿਵੇਂ ਬਿਲਕੁਲ ਸੱਤ ਹੋਵੇ। ਜਾਏ ਸੁਦਾਸਰ ਤਹਿ ਤੇ ਲਵਪੁਰ ਕੋ ਆਵੇ। ਕਹਿਣ ਲੱਗੇ ਫਿਰ ਤੂੰ ਸੁਦਾਸਰ ਅੰਮ੍ਰਿਤਸਰ ਵੱਲ ਨੂੰ ਚਲਾ ਜਾਈਂ, ਗੁਰੂ ਅਰਜਨ ਦੇ ਪਾਤਸ਼ਾਹ ਵੱਲ, ਔਰ ਅਸੀਂ ਲਾਹੌਰ ਵੱਲ ਨੂੰ ਆ ਜਾਵਾਂਗੇ। ਕਹੋ ਸੁਨੈ ਮੇਰੋ ਜਬੈ ਆਇਸ ਤਬ ਦਹਿ। ਤੇ ਕਹਿੰਦੇ ਜਦੋਂ ਲਾਹੌਰ ਵਿੱਚ ਜਾ ਕੇ ਸਾਰੀ ਗੱਲਬਾਤ ਮੈਂ ਹੋਰ ਕਹਾਣੀਆਂ ਘੜ ਕੇ ਕਰਾਂਗਾ, ਤੇ ਜਦੋਂ ਉਹ ਹੁਕਮ ਕਰੇਗਾ ਮੈਂ ਤੇਰੇ ਤੱਕ ਖਬਰ ਪਹੁੰਚਾਵਾਂਗਾ, ਫਿਰ ਤੂੰ ਬੰਦੀ ਬਣਾ ਕੇ ਜਿਹੜਾ ਲੈ ਆਵੀਂ। ਕਰੋ ਜਾਏ ਮਨ ਭਾਵਤੀ ਨਹਿ ਜਿਤ ਰਹਿ ਹੈ। ਕਹਿੰਦੇ ਬਸ ਜਾਓ, ਜਾ ਕੇ ਮਨ ਭਾਉਂਦਾ ਜੋ ਤੇਰੇ ਮਨ ਵਿੱਚ ਆਉਂਦਾ ਤੂੰ ਕਰ, ਮੈਂ ਹੁਕਮ ਜਾਰੀ ਕਰਾ ਦਿਆਂਗਾ। ਪਰ ਜੇ ਤੂੰ ਉਹਨਾਂ ਨੂੰ ਉਸ ਵੇਲੇ ਮਿਟਾ ਦਿੱਤਾ, ਫਿਰ ਆਪਾਂ ਕਹਾਣੀ ਕੋਈ ਦੇਖੋ, ਇੱਕ ਝੂਠ ਨੂੰ ਛੁਪਾਉਣ ਪਿੱਛੇ 100 ਝੂਠ ਬੋਲਣਾ ਪੈਂਦਾ। ਇੱਕ ਪਰਦਾ ਪਾਉਂਦੇ ਆ, ਫਿਰ ਦੂਜੇ ਤੇ ਪਰਦਾ ਪਾਉਣਾ ਪੈਂਦਾ, ਫਿਰ ਉਹਨੂੰ ਬਚਾਉਣ ਲਈ ਤੀਜਾ ਪਰਦਾ ਪਾਉਣਾ ਪੈਂਦਾ। ਉਹ ਬਸ ਫਿਰ ਸਾਰੀ ਜ਼ਿੰਦਗੀ ਬੰਦਾ ਝੂਠ ਤੇ ਝੂਠ ਤੇ ਝੂਠ ਬੋਲਦਾ ਜਾਂਦਾ। ਇੱਕ ਵਾਰੀ ਝੂਠ ਬੋਲਿਆ ਉਹਦੇ ਤੇ ਫਿਰ ਕਈ ਝੂਠ ਦੇ ਪਰਦੇ ਪਾਉਣੇ ਪੈਂਦੇ ਆ। ਪਾਉਂਦਿਆਂ ਫਿਰ ਉਮਰ ਲੰਘ ਜਾਂਦੀ ਹੈ, ਪਰ ਇਹ ਝੂਠ ਦੇ ਪਰਦੇ ਨਹੀਂ ਮੁੱਕਦੇ। ਸੱਚ ਉੱਤੇ ਕੋਈ ਪਰਦਾ ਪਾਉਣ ਦੀ ਲੋੜ ਨਹੀਂ। ਸੱਚ ਇੱਕ ਹੀ ਬੜਾ ਹੁੰਦਾ ਹੈ, ਕਿਉਂਕਿ ਜੋ ਸੱਚ ਹੈ ਉਹ ਸੱਚ ਹੈ। ਉਹਨੂੰ ਪ੍ਰਗਟ ਕਰਨ, ਉਹਨੂੰ ਛੁਪਾਉਣ ਲਈ ਕਿਸੇ ਹੋਰ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸੱਚ ਜੈਸਾ ਹੈ ਉਹ ਵੈਸਾ ਹੀ ਹੈ। ਝੂਠ ਨੂੰ ਛੁਪਾਉਣ ਲਈ ਦੂਜੇ ਝੂਠ ਦਾ ਪਰਦਾ ਪਾਉਣਾ ਪੈਂਦਾ। ਇਹਨੇ ਆਖਿਆ ਵੀ ਤੂੰ ਜਾ, ਤੈਨੂੰ ਖੁੱਲੀ ਛੁੱਟੀ ਹੋਏਗੀ, ਬਸ ਇੱਕ ਵਾਰੀ ਦਿਨ ਚੜ੍ਹ ਲੈਂਦੇ, ਆਹ ਕਹਾਣੀ ਆਪਾਂ ਬਣਾ ਕੇ ਉਹਦੇ ਸਾਹਮਣੇ ਰੱਖਾਂਗੇ। ਫਿਰ ਜੋ ਤੇਰੇ ਮਨ ਵਿੱਚ ਆਉਂਦਾ ਹੋਇਆ ਤੂੰ ਉੱਥੇ ਭਾਵੇਂ ਬੰਦੀ ਬਣਾ ਲਈ, ਮਾਰ ਕੇ ਮਕਾਉਣਾ ਉਹ ਕਰ ਲਈ, ਫਿਰ ਆਪਾਂ ਕਹਾਣੀ ਕੋਈ ਹੋਰ ਬਣਾ ਲਵਾਂਗੇ। ਸਾਪੀ ਸ਼ਾਹ ਕੇ ਜੋ ਪਨਹ ਜਹਾਨ। ਕਹਿਣ ਲੱਗੇ ਮੈਂ ਜਿਹੜਾ ਉਹ ਸਮੀਪੀ, ਮੈਂ ਬਾਦਸ਼ਾਹ ਦੇ ਬੜਾ ਨਿਕਟਵਰਤੀ ਹਾਂ। ਜੋ ਮੈਂ ਕਹਿ ਦੇਵਾਂ ਉਹੀ ਬਾਦਸ਼ਾਹ ਮੰਨ ਲੈਂਦਾ ਹੈ, ਜੋ ਮੈਂ ਕਰਨ ਕਰਵਾਉਣ ਨੂੰ ਕਹਾਂ ਮੈਂ ਕਰਵਾ ਵੀ ਸਕਦਾ ਹਾਂ, ਕਿਉਂਕਿ ਮੈਂ ਉਹਦੇ ਸਮੀਪੀ ਰਹਿਣ ਵਾਲਾ। ਤੇ ਇਹ ਉਹ ਬਾਦਸ਼ਾਹ ਹੈ ਜਿਹਦੇ ਅੱਗੇ ਸਾਰਾ ਜਹਾਨ ਕਹਿ ਲਓ ਜਾਂ
ਇਹ ਭਾਰਤ ਜਿੱਥੇ ਦਾ ਇਹ ਤਖਤ ਦਿੱਲੀ ਦੇ ਤਖਤ ਤੇ ਬੈਠਣ ਵਾਲਾ ਬਾਦਸ਼ਾਹ ਹੈ, ਕਹਿੰਦੇ ਨੇ ਉਹਦੇ ਅੱਗੇ ਤਾਂ ਜਹਾਨ ਵੀ ਆ ਕੇ ਝੁਕਦਾ ਹੈ। ਅਸ ਸ਼ਸਤਰ ਜੇ ਸਦਹਨ ਹੈ ਸਿੱਖ ਜੀਵਨ ਮਾਨ। ਤੇ ਜੇ ਤੂੰ ਇਹ ਕੰਮ ਨਾ ਕਰ ਸਕਿਆ, ਨਾਲ ਉਹਨੂੰ ਇਹ ਹਲੂਣਾ ਵੀ ਦੇ ਦਿੱਤਾ ਕਿ ਜੇ ਤੂੰ ਆਹ ਕੰਮ ਨਾ ਕਰ ਸਕਿਆ ਫਿਰ ਤੂੰ ਆਪਣੀ ਜ਼ਿੰਦਗੀ ਨੂੰ ਤ੍ਰਿਕਾਰ ਕਰਕੇ ਜਾਣੀ, ਵੀ ਧਿੱਗ ਹੈ, ਤ੍ਰਿਕਾਰ ਹੈ ਮੇਰੇ ਤੇ ਵੀ ਮੈਨੂੰ ਇੱਕ ਮੌਕਾ ਮਿਲਿਆ ਸੀ ਤੇ ਮੈਂ ਵੀ ਉਹ ਵੀ ਗਵਾ ਕੇ ਬੈਠ ਗਿਆ। ਫਿਰ ਜਿਵੇਂ ਪਹਿਲਾਂ ਹੀ ਇਹਨੇ ਕਿਹਾ ਸੀ ਵੀ ਤੂੰ ਕਿਸੇ ਕੰਮ ਦਾ ਨਹੀਂ, ਤੂੰ ਤੇ ਨਿਕੰਮਾ ਹੈ, ਅਜੇ ਤੱਕ ਇਦਾਂ ਹੀ ਤੁਰਿਆ ਫਿਰਦਾ ਹੈ। ਹੁਣ ਇਹਨੇ ਸਾਰੀ ਗੱਲ ਕਰਨ ਤੋਂ ਬਾਅਦ ਫਿਰ ਇੱਕ ਗੱਲ ਕਹਿਤੀ ਵੀ ਜੇ ਤੂੰ ਇਸ ਤਰ੍ਹਾਂ ਦਾ ਕੰਮ ਨਾ ਕਰ ਸਕਿਆ ਫਿਰ ਤੂੰ ਆਪਣੇ ਆਪ ਨੂੰ ਧਿੱਗ ਕਰਕੇ ਹੀ ਜਾਣਨਾ ਕਰੀ। ਗੱਜ ਕੇ ਬਸ ਜਿਮ ਸਸਾ ਹੋਏ ਸੋ ਮਰੈ ਨਾ ਮਾਰਾ। ਕਹਿਣ ਲੱਗੇ ਜਿਸ ਤਰ੍ਹਾਂ ਸੱਸਾ ਦਾ ਮਤਲਬ ਖਰਗੋਸ਼ ਹੁੰਦਾ ਹੈ, ਜਿਸ ਤਰ੍ਹਾਂ ਕਹਿੰਦੇ ਨੇ ਸ਼ੇਰ ਦੇ ਕੋਲੋਂ ਖਰਗੋਸ਼ ਬਚ ਕੇ ਨਿਕਲ ਜਾਏ ਤੇ ਫਿਰ ਕਿੰਨੀ ਸ਼ਰਮਿੰਦਗੀ ਦੀ ਗੱਲ ਹੈ, ਕਿੰਨੇ ਸ਼ਰਮ ਦੀ ਗੱਲ ਹੋਵੇਗੀ। ਤੋ ਥਿਕਾਰ ਤੇ ਸੂਝ ਕੋ ਭਾਖੈ ਜਗ ਸਾਰਾ। ਇਸ ਲਈ ਜੇ ਤੇਰੇ ਹੱਥੋਂ ਮੌਕਾ ਮਿਲਿਆ ਤੈਨੂੰ ਗੁਰੂ ਪਾਤਸ਼ਾਹ ਕੋਲ ਪਹੁੰਚਣ ਦਾ, ਤੇ ਜੇ ਤੇਰੇ ਹੱਥੋਂ ਫਿਰ ਵੀ ਬਚ ਕੇ ਨਿਕਲ ਗਏ ਤਾਂ ਫਿਰ ਸਾਰਾ ਸੰਸਾਰ ਤੈਨੂੰ ਵੀ ਧਰਿਗ ਕਹੇਗਾ, ਤੇਰੇ ਤੇ ਫਿਟਕਾਰ ਪਾਏਗਾ, ਫਿਰ ਤੈਨੂੰ ਵੀ ਕਿਤੇ ਮੂੰਹ ਦਿਖਾਉਣ ਨੂੰ ਜਗ੍ਹਾ ਨਹੀਂ ਮਿਲੇਗੀ। ਕੀਤੀ ਸਮ ਸਮ ਅਗ ਹੈ ਨਹਿ ਮਾਨੈ ਤਰਾਸਾ। ਜੇ ਸਾਹਮਣੇ ਨਿੱਕੀ ਜਿਹੀ ਕੀੜੀ ਹੋਵੇ ਨਾ ਤੇ ਮਨ 'ਚ ਤਰਾਸ ਡਰ ਨਹੀਂ ਰੱਖਣਾ ਚਾਹੀਦਾ। ਤੇਰੇ ਕੋਲ ਪਾਵਰ ਹੈ, ਤੇਰੇ ਕੋਲ ਬਾਦਸ਼ਾਹ ਦੀ ਪਾਵਰ ਹੈ, ਤੇਰੇ ਕੋਲ ਮੇਰੀ ਪਾਵਰ ਹੈ, ਤੇਰੇ ਕੋਲ ਆਪਣੀ ਵੀ ਪਾਵਰ ਹੈ। ਤੂੰ ਆਪਣੇ ਆਪ ਨੂੰ ਛੋਟਾ ਕਰਕੇ ਨਾ ਜਾਣ। ਜੇ ਤੇਰੇ ਸਾਹਮਣੇ ਕੀਟੀ ਸਮ ਮਮ ਅਗਰ ਹੈ ਨਾ ਮਨੇ ਤਰਾਸ, ਜੇ ਸਾਹਮਣੇ ਨਿੱਕੀ ਜਿਹੀ ਕੀੜੀ ਹੋਵੇ ਤੇ ਡਰਨਾ ਨਹੀਂ ਚਾਹੀਦਾ। ਪਰ ਇਹ ਭੁੱਲ ਗਿਆ ਕਿ ਕਈ ਵਾਰੀ ਨਿੱਕੀ ਜਿਹੀ ਕੀੜੀ ਵੀ ਵੱਡੇ ਤੋਂ ਵੱਡੇ ਹਾਥੀ ਨੂੰ ਵੀ ਜ਼ਮੀਨ ਤੇ ਲਿਟਾ ਸਕਦੀ ਹੈ, ਇੰਨੀ ਉਹ ਪਾਵਰ। ਵੈਸੇ ਵੀ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜਿਹੜਾ ਗੁਣ ਇੱਕ, ਜੇ ਆਪਾਂ ਗੁਰੂ ਪਾਤਸ਼ਾਹ ਦੀ ਗੱਲ ਕਰੀਏ ਤੇ ਗੁਰੂ ਸਾਹਿਬ ਦੀ ਤਾਂ ਬਰਾਬਰੀ ਕਰ ਹੀ ਕੋਈ ਨਹੀਂ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਰਾਬਰੀ ਤਾਂ ਕੋਈ ਕਰ ਹੀ ਨਹੀਂ ਸਕਦਾ। ਅੱਗੇ ਲੰਘਣ ਦੀ ਗੱਲ ਤੇ ਬੜੀ ਦੂਰ ਦੀ ਹੈ, ਪਰ ਚਲੋ ਇੱਥੇ ਗੱਲ ਕੀਟੀ ਦੀ ਆਈ ਹੈ, ਕੀੜੀ ਦੀ ਗੱਲ ਆਈ। ਜਿਹੜਾ ਗੁਣ ਇੱਕ ਨਿੱਕੀ ਜਿਹੀ ਕੀੜੀ ਕੋਲ ਹੈ ਉਹ ਗੁਣ ਏਡੇ ਵੱਡੇ ਹਾਥੀ ਕੋਲ ਨਹੀਂ ਆ। ਜਿਵੇਂ ਭਗਤ ਸਾਹਿਬਾਨ ਕਹਿੰਦੇ ਆ ਕਿ ਰੇਤ ਵਿੱਚ ਖੰਡ ਦੇ ਦਾਣੇ ਮਿਲਾ ਦਿਓ, ਦੋਵਾਂ ਨੂੰ ਡਿਊਟੀ ਲਾ ਦਿਓ ਦੋਵਾਂ ਦੀ, ਕਿ ਹਾਥੀ ਨੂੰ ਕਹੋ ਵੀ ਤੂੰ ਸੁੰਡ ਨਾਲ ਰੇਤ ਵਿੱਚੋਂ ਦਾਣੇ ਚੁਗਣੇ ਆ, ਤੇ ਕੀੜੀ ਨੂੰ ਵੀ ਕਹੋ ਹਾਥੀ ਜ਼ੋਰ ਲਾ ਲਵੇ ਕਦੇ ਵੀ ਰੇਤ ਵਿੱਚੋਂ ਖੰਡ ਦੇ ਦਾਣੇ ਨਹੀਂ ਚੁਗ ਸਕਦਾ, ਕਦੇ ਵੀ ਰੇਤ ਵਿੱਚੋਂ ਖੰਡ ਦੇ ਦਾਣੇ ਅਲੱਗ ਨਹੀਂ ਕਰ ਸਕਦਾ। ਕੀੜੀ ਜਾਏਗੀ, ਜਿਹਨੂੰ ਆਪਾਂ ਕਹਿੰਦੇ ਆ ਮਾਮੂਲੀ ਜਿਹੀ ਆ, ਉਹ ਜਾਏਗੀ ਇੱਕ ਦਾਣਾ ਰੇਤ ਵਿੱਚੋਂ ਚੁੱਗ ਕੇ ਲਿਆਏਗੀ। ਜਿਹੜਾ ਗੁਣ ਇੱਕ ਕੀੜੀ ਕੋਲ ਆ ਉਹ ਹਾਥੀ ਦੇ ਕੋਲ ਨਹੀਂ ਆ। ਇਸ ਲਈ ਸਾਨੂੰ ਕਦੇ ਵੀ ਕਿਸੇ ਨੂੰ ਕਮਜ਼ੋਰ ਨਾ ਸਮਝ ਕੇ ਆਪਣੇ ਆਪ ਦੇ ਹੰਕਾਰ ਨੂੰ ਵਧਾਉਣਾ ਨਹੀਂ ਚਾਹੀਦਾ। ਇੱਥੇ ਕਹਿ ਰਿਹਾ ਵੀ ਕੀਟੀ ਸਮ ਮਮ ਅਗਰ ਹੈ ਨਾ ਮਨੇ ਤਰਸ। ਸਾਹਮਣੇ ਇੱਕ ਨਿੱਕੀ ਜਿਹੀ ਕੀੜੀ ਆ, ਜਾ ਕੇ ਮਸਲ ਨਹੀਂ ਹੈ, ਮਨ ਦੇ ਵਿੱਚ ਤਰਾਸ ਡਰ ਨਹੀਂ ਰੱਖਣਾ ਹੈ। ਕਹਾਂ ਕਰੇ ਅਹੰਕਾਰ ਕੋ ਕਿਸ ਕੋ ਪਰਵਾਸਾ। ਇਸ ਲਈ ਕਵੀ ਜੀ ਕਹਿੰਦੇ ਇੰਨਾ ਹੰਕਾਰ ਇਹਨਾਂ ਨੂੰ ਤੇ ਆਪਣਾ ਨਹੀਂ ਭਰੋਸਾ ਕਿ ਅਗਲੇ ਪਲ ਵਿੱਚ ਹੋਣਾ ਕੀ ਹੈ। ਸੁਲਹੀ ਖਾਂ ਵੀ ਆਇਆ ਸੀ ਨਾ ਹੰਕਾਰ ਨਾਲ ਚੜ ਕੇ, ਇਸ ਵਾਰ ਮੈਂ ਗੁਰੂ ਅਰਜਨ ਦੇਵ ਜੀ ਨੂੰ ਬੰਦੀ ਬਣਾ ਕੇ ਹੀ ਲੈ ਕੇ ਜਾਣਾ, ਪਰ ਪਤਾ ਲੱਗਾ ਆਪ ਹੀ ਬੇਮੌਤੇ ਨਾਪਾਕ ਮੌਤ ਮਰ ਗਿਆ, ਜਿਹਨੂੰ ਨਾਪਾਕ ਮੌਤ ਕਹਿੰਦੇ ਆ। ਇਸਲਾਮ ਧਰਮ ਦੇ ਵਿੱਚ ਅੱਗ ਵਿੱਚ ਸੜਨ ਵਾਲੇ ਨੂੰ ਨਾਪਾਕ ਮੌਤ ਕਿਹਾ ਜਾਂਦਾ, ਜੋ ਸੁਲਹੀ ਖਾਂ ਮਰਿਆ। ਹੰਕਾਰ ਜਦੋਂ ਵੀ ਹੰਕਾਰ ਨਾਲ ਚੜ ਕੇ ਕੋਈ ਆ ਕੇ ਰੱਬ ਨੂੰ ਵੀ ਚੈਲੰਜ ਕਰਨ ਲੱਗ ਜਾਂਦਾ ਹੈ ਤੇ ਫਿਰ ਉਹਦਾ ਹੰਕਾਰ ਮਿੱਟੀ ਵਿੱਚ ਮਿਲਦਿਆਂ ਸਮਾਂ ਨਹੀਂ ਲੱਗਦਾ। ਬੜੇ ਹੰਕਾਰੀ ਇਸ ਧਰਤੀ ਤੇ ਆਏ ਆ, ਕੋਈ ਅੱਜ ਨਵੀਂ ਖੇਡ ਨਹੀਂ ਆ, ਇਹ ਤੇ ਸਦੀਆਂ ਤੋਂ ਹੀ ਚੱਲਦਾ ਆ ਰਿਹਾ। ਬੜੇ ਹੰਕਾਰੀ ਹਰਨਾਕਸ਼ ਵਰਗੇ ਆਏ ਜਿਨ੍ਹਾਂ ਨੇ ਆਖਿਆ ਪ੍ਰਹਲਾਦ ਨੂੰ ਦੇਖਦਿਆਂ ਤੇਰਾ ਰੱਬ ਕੀ ਕਰਦਾ ਹੈ, ਕਿਉਂਕਿ ਤੇਰੇ ਰੱਬ ਨਾਲੋਂ ਵੱਧ ਪਾਵਰ ਮੇਰੇ ਵਿੱਚ ਹੈ, ਤੇਰਾ ਰੱਬ ਕੀ ਕਰ ਲੇਗਾ। ਜੇ ਤੇਰੇ ਰੱਬ ਵਿੱਚ ਜ਼ਿਆਦਾ ਪਾਵਰ ਹੈ ਤੇ ਫਿਰ ਅੱਜ ਬਚਾ ਲੇ ਤੈਨੂੰ। ਇੱਕ ਪਿਤਾ ਤੇ ਪੁੱਤਰ ਦਾ ਰਿਸ਼ਤਾ ਹੈ, ਪਰ ਜਦੋਂ ਅੰਦਰ ਹੰਕਾਰ ਆ ਜਾਏ ਤੇ ਰਿਸ਼ਤੇ ਵੀ ਖਤਮ ਹੋ ਜਾਂਦੇ ਆ। ਜਦੋਂ ਹੰਕਾਰ ਆ ਜਾਏ ਨਾ ਉਦੋਂ ਰਿਸ਼ਤੇ ਵੀ ਖਤਮ ਹੋ ਜਾਂਦੇ ਆ। ਪਿਤਾ ਭੁੱਲ ਗਿਆ ਵੀ ਇਹ ਮੇਰਾ ਹੀ ਪੁੱਤਰ ਹੈ, ਉਸੇ ਦੀ ਅੱਜ ਜਾਨ ਲੈਣ ਵਾਸਤੇ ਹੱਥ ਵਿੱਚ ਤਲਵਾਰ ਪਕੜ ਲਈ ਹੈ ਵੀ ਅੱਜ ਮੈਂ ਤੇਰਾ ਸਿਰ ਲਾ ਦੇਣਾ। ਪਰ ਜਦੋਂ ਹੰਕਾਰ ਆਪਣੀ ਹੱਦ ਪਾਰ ਕਰ ਜਾਂਦਾ ਨਾ, ਫਿਰ ਉਦੋਂ ਕੀ ਹੁੰਦਾ, ਹਰ ਜੁਗ ਭਗਤਿ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਡਰਾਇਆ। ਉਦੋਂ ਫਿਰ ਹੰਕਾਰੀ ਦੁਸ਼ਟ ਨੂੰ ਆਪ ਨਿਰੰਕਾਰ ਨੇ ਮਾਰਿਆ। ਜਿੰਨੇ ਵੀ ਹੰਕਾਰ ਨਾਲ ਚੜ ਕੇ ਆਏ ਨੇ ਸਭ ਮਿੱਟੀ ਦੇ ਵਿੱਚ ਹੀ ਮਿਲ ਗਏ। ਤਾਂ ਹੀ ਤੇ ਆਖਿਆ ਸੀ ਕਿ ਤੂੰ ਆਪਣੇ ਉੱਚੇ ਆਵਾਜ਼ ਤੇ ਉੱਚੇ ਤਖਤ ਵੇਖ ਕੇ ਹੰਕਾਰ ਨਾ ਕਰਿਆ ਕਰ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਜ਼ ਮੈਨੇ ਜਿਹਦੇ ਚ ਰਹਿਣੇ ਵੀ ਮੇਰਾ ਘਰ ਸਭ ਤੋਂ ਉੱਚਾ, ਮੇਰੀ ਬਰਾਬਰੀ ਕੌਣ ਕਰ ਲੇਗਾ। ਮੇਰਾ ਅਹੁਦਾ ਸਭ ਤੋਂ ਉੱਚਾ, ਮੇਰੇ ਬਰਾਬਰ ਕੌਣ ਪਹੁੰਚੇਗਾ। ਮੈਂ ਸਭ ਤੋਂ ਧਨਾੜ, ਮੈਂ ਸਭ ਤੋਂ ਵੱਡਾ ਅਹੁਦੇਦਾਰ ਤੇ ਵੱਡਾ ਘਰ ਦਾ ਮਾਲਕ ਹਾਂ। ਕਹਿੰਦੇ ਧਿਆਨ ਰੱਖ, ਜਿਹੜਾ ਹੰਕਾਰ ਤੂੰ ਕਰ ਰਿਹਾ ਨਾ ਉਸੇ ਮਿੱਟੀ ਵਿੱਚ ਮਿਲਣ ਲੱਗਿਆ ਟਾਈਮ ਨਹੀਂ ਲੱਗਣਾ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਜ਼, ਆਜ ਕਾਲ ਭੋਏ ਲੇਟਣਾ ਉੱਪਰ ਜਾਮੇ। ਅੱਜ ਨਹੀਂ ਤਾਂ ਕੱਲ ਇਸ ਜ਼ਮੀਨ ਤੇ ਜਦੋਂ ਲਿਟ ਗਿਆ ਨਾ, ਤੇ ਜਦੋਂ ਇਹ ਖਾਕ ਬਣ ਕੇ ਮਿੱਟੀ ਵਿੱਚ ਹੀ ਤੇਰਾ ਸਰੀਰ ਰਲ ਗਿਆ, ਕੁਝ ਟਾਈਮ ਪਾ ਕੇ ਉੱਤੇ ਘਾਹ ਉੱਗ ਪਿਆ, ਪਤਾ ਹੀ ਕੋਈ ਨਹੀਂ ਲੱਗਣਾ ਵੀ ਇੱਥੇ ਕਿਹੜੇ ਸਰੀਰ ਦੀ ਰਾਖ ਪਈ ਆ, ਮਿੱਟੀ 'ਚ ਮਿਲ ਜਾਣਾ। ਇਸੇ ਲਈ ਬਾਬਾ ਫਰੀਦ ਸਾਹਿਬ ਨੇ ਵੀ ਕਿਹਾ ਸੀ, ਫਰੀਦਾ ਮੈਂ ਭੁਲਾਵਾ ਪੱਕਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਜਿਹੜਾ ਹੰਕਾਰ ਨਾਲ ਭਰਿਆ ਨਾ ਸਿਰ ਵੀ ਮਿੱਟੀ ਖਾਏ। ਇੱਥੇ ਇੰਨਾ ਹੰਕਾਰ ਦੇ ਨਾਲ ਇਹ ਭਰਿਆ ਹੋਇਆ ਚੰਦੂ ਹੈ, ਉਹ ਕਹਿਣ ਲੱਗਾ ਵੀ ਜਿਸ ਤਰ੍ਹਾਂ ਮੈਂ ਜਿਹੜਾ ਜਹਾਂਗੀਰ ਨੂੰ, ਬਾਦਸ਼ਾਹ ਨੂੰ ਜਿੱਦਾਂ ਦੀ ਵਿਉਂਤ ਬਣਾ ਕੇ ਕਹਾਣੀ ਘੜ ਕੇ ਬਿਆਨ ਕਰ ਦਿਆਂਗਾ, ਸਾਰੀ ਪਲੈਨਿੰਗ ਉਸੇ ਮੁਤਾਬਕ ਹੀ ਹੋਏਗੀ, ਕਿਉਂਕਿ ਉਹ ਮੇਰੇ ਤੋਂ ਬਾਹਰ ਹੋ ਕੇ ਚੱਲ ਨਹੀਂ ਸਕਦਾ। ਬਸ ਤੂੰ ਧਿਆਨ ਰੱਖ, ਜੇ ਆਪਾਂ ਇਹ ਕੰਮ ਨਾ ਕਰ ਸਕੇ, ਇੰਨੀ ਪਾਵਰ ਹੋਣ ਦੇ ਬਾਵਜੂਦ ਵੀ ਜੇ ਆਪਾਂ ਇਹ ਕੰਮ ਨਾ ਕਰ ਸਕੇ ਤੇ ਫਿਰ ਤੇਰੇ ਤੇ ਵੀ ਤ੍ਰਿਕਾਰ ਹੈ ਤੇ ਮੇਰੇ ਤੇ ਵੀ ਤ੍ਰਿਕਾਰ। ਤੇਰੇ ਤੇ ਵੀ ਲੋਕ ਫਿਟਕਾਰਾਂ ਪਾਉਣਗੇ ਤੇ ਮੇਰੇ ਤੇ ਵੀ ਫਿਟਕਾਰਾਂ ਜਿਹੜਾ ਉਹ ਪਾਵਣਗੇ। ਕਰਿਓ ਕਲੰਕਤ ਮੋਹਿ ਕੋ ਨਿੰਦਾ ਜਗ ਸਾਰਾ। ਤੇ ਲੋਕ ਫਿਰ ਕਲੰਕਤ ਕਰ ਦੇਣਗੇ, ਸਾਰਾ ਜਗਤ ਨਿੰਦਾ ਸਾਡੀ ਕਰੇਗਾ ਵੀ ਇੰਨੀ ਪਾਵਰ ਹੋਣ ਦੇ ਬਾਵਜੂਦ ਵੀ ਇਹ ਕੁਝ ਨਹੀਂ ਕਰ ਸਕੇ। ਲੋਕ ਸਮਾਜ ਵਿੱਚ ਕਲੰਕਤ ਵੀ ਹੋਵਾਂਗੇ ਤੇ ਸਾਰਾ ਜੱਗ ਸਾਡੀ ਨਿੰਦਾ ਕਰੇਗਾ। ਸੁਤਾ ਕੁਮਾਰੀ ਦੇਖ ਕੇ ਪਰਿਵਾਰ ਦੁਖਾਰਾ। ਸੁਤਾ ਮੈਨੇ ਚੰਦੂ ਕਹਿੰਦਾ ਮੈਂ ਆਪਣੀ ਧੀ, ਹੁਣ ਧੀ ਘਰ ਵਿੱਚ ਬੈਠੀ ਆ, ਹਰਗੋਬਿੰਦ ਸਾਹਿਬ ਨਾਲ ਰਿਸ਼ਤਾ ਨਹੀਂ ਹੋਇਆ, ਆਪਣੀ ਕਰਤੂਤ ਨਹੀਂ ਦੇਖ ਰਿਹਾ ਵੀ ਮੈਂ ਕੀ ਕੀਤਾ, ਜਿਹਦੇ ਕਰਕੇ ਰਿਸ਼ਤਾ ਨਹੀਂ ਹੋ ਸਕਿਆ। ਦੋਸ਼ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੇ ਰਿਹਾ, ਆਪਣੀ ਅੰਦਰ ਛਾਤੀ ਨਹੀਂ ਮਾਰ ਰਿਹਾ ਕਿ ਮੇਰੀ ਕਰਤੂਤ ਕੀ ਹੈ। ਇਸ ਲਈ ਕਹਿ ਰਿਹਾ, ਕਹਿੰਦਾ ਜਦੋਂ ਮੈਂ ਆਪਣੀ ਸੁਤਾ ਨੂੰ ਦੇਖਦਾ ਤੇ ਮੇਰੇ ਹਿਰਦੇ ਦਾ ਦੁੱਖ ਹੋਰ ਵੱਧ ਜਾਂਦਾ ਹੈ ਤੇ ਲੋਕ ਮੈਨੂੰ ਤਾਨੇ ਮਿਹਣੇ ਮਾਰਨਗੇ। ਨਾਨੇ ਮਨ ਚੈਨ ਹੈ ਇਮ ਬੈਨ ਉਚਾਰੇ। ਇਸ ਤਰ੍ਹਾਂ ਕਹਿੰਦਾ ਮੈਨੂੰ ਚੈਨ ਨਹੀਂ, ਟਿਕਾ ਨਹੀਂ, ਦਿਨ ਰਾਤ ਬਸ ਇਹੀ ਸੋਚਦਾ ਰਹਿੰਦਾ ਹਾਂ। ਅਬ ਨਿਸ ਮੈਂ ਸ਼ਰਮ ਪਰ ਹਰੋ ਕਰ ਕਾਰ ਸਕਾਰੇ। ਅਬ ਨਿਸ ਮੈਂ ਸ਼ਰਮ ਪਰ ਹਰੋ। ਹੁਣ ਰਾਤ ਦਾ ਸਮਾਂ ਆਪਾਂ ਸਾਰੀ ਗੱਲਬਾਤ ਕਰ ਲਈ ਹੈ, ਰਾਤ ਦਾ ਸਮਾਂ ਆਰਾਮ ਕਰ, ਫਿਰ ਦਿਨ ਚੜਿਆਂ ਵੇਖਦੇ ਹਾਂ ਕੀ ਕਰਨਾ ਹੈ। ਦੋਨੋਂ ਦੁਰਮਤ ਦੁਸ਼ਟ ਵੱਡ ਇਮ ਮਸਤਕ ਠਾਨੀ। ਕਵੀ ਜੀ ਕਹਿੰਦੇ ਦੋਨੋਂ ਦੁਰਮਤ ਭੈੜੀ ਮਤ ਵਾਲੇ,
ਦੋਨਾਂ ਭੈੜੀ ਮੱਤ ਵਾਲਿਆਂ ਨੇ ਇਹ ਦੁਸ਼ਟ ਜਿਹੜਾ ਕਰਮ ਕਰਦਿਆਂ ਹੋਇਆਂ ਮਸਲਤ ਸਲਾਹ ਮਸ਼ਵਰਾ ਆਪਸ ਵਿੱਚ ਇਸ ਤਰ੍ਹਾਂ ਕੀਤੀ ਹੈ। अपने अपने थान में है सुपते सुखमानी। ਫਿਰ ਕਹਿੰਦੇ ਉਹ ਜਿਹੜਾ ਤੰਬੂ ਸੀ ਨਾ ਲੱਗਾ ਹੋਇਆ, ਉਸ ਤੰਬੂ ਦੇ ਵਿੱਚ ਫਿਰ ਦੋਵੇਂ ਜਿਹੜੇ ਆ ਆਪਣੀ ਆਪਣੀ ਥਾਂ ਤੇ ਲੇਟ ਗਏ ਨੇ ਆਰਾਮ ਕਰਨ ਵਾਸਤੇ। ਹੁਣ ਜਦੋਂ ਦਿਨ ਚੜ੍ਹੇਗਾ ਤੇ ਦਿਨ ਚੜ੍ਹਦਿਆਂ ਜੋ ਰਾਤ ਇਹਨਾਂ ਨੇ ਮਸਲਤ ਭਾਵ ਸਲਾਹ ਮਸ਼ਵਰਾ ਕੀਤਾ ਹੈ, ਉਹਨੂੰ ਫਿਰ ਕਿਸ ਤਰ੍ਹਾਂ ਅੰਜਾਮ ਤੱਕ ਪਹੁੰਚਾਉਂਦੇ ਨੇ, ਬਾਦਸ਼ਾਹ ਤੱਕ ਕਿਵੇਂ ਕਹਾਣੀ ਘੜ ਕੇ ਸੁਣਾਉਂਦੇ ਆ, ਉਹ ਫਿਰ ਅਗਲੇ ਪ੍ਰਸੰਗ ਦੇ ਵਿੱਚ ਆਪਾਂ ਅਗਲੇ ਸਮੇਂ ਵਿੱਚ ਸਰਵਣ ਕਰਾਂਗੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ, ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਕਰੋ ਕਿ ਸਤਿਗੁਰੂ ਮਹਾਰਾਜ, ਅਸੀਂ ਆਪਣੇ ਕੀਤੇ ਹੋਏ ਕਰਮ ਅਨੁਸਾਰ ਹੀ ਦੁੱਖ ਭੋਗ ਰਹੇ ਹਾਂ, ਭਾਵੇਂ ਉਹ ਜਨਮ ਮਰਨ ਦਾ ਹੈ, ਆਵਾਗਮਨ ਦਾ ਹੈ। ਅਸੀਂ ਇਸ ਜਨਮ ਵਿੱਚ ਉਹ ਕਰਮ ਕਰੀਏ ਕਿ ਸਾਡੇ ਕੀਤੇ ਹੋਏ ਕਰਮ ਗੁਨਾਹ ਤੁਹਾਡੇ ਦਰ ਤੇ ਮਾਫ ਹੋ ਜਾਣ ਤੇ ਅਗਾਂਹ ਸਾਨੂੰ ਉਹ ਸੋਝੀ ਮਿਲ ਜਾਏ ਜਿਹਦੇ ਨਾਲ ਸਾਡੇ ਆਉਣ ਜਾਣ ਆਵਾਗਮਨ ਜਨਮ ਮਰਨ ਦਾ ਇਹ ਦੁੱਖ ਸੰਕਟ ਸਦਾ ਵਾਸਤੇ ਦੂਰ ਹੋ ਜਾਏ। ਕਿਰਤ ਕਰਨ ਕੇ ਵਿਛੜੇ ਕਰ ਕਿਰਪਾ, ਮਿਲੋ ਰਾਮ ਚਾਰ ਕੁੰਟ ਦਹ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਅਸੀਂ ਥਾਂ ਥਾਂ ਭਟਕ ਕੇ ਆ ਗਏ ਹਾਂ, ਪਰ ਹਾਰ ਕੇ ਤੁਹਾਡੇ ਦਰ ਤੇ ਅਰਦਾਸ ਕਰਦੇ ਹਾਂ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ तुम्हारी शरण तुम्हारी आशा, तुम्हारी शरण तुम्हारी आशा। तुम ही सजन सोहेले, तुम ही सजन सोहेले, तुम ही राखो राखन हार दयाला, राखो राखन हार दयाला, राखो राखन हार दयाला, राखो राखन हार दयाला। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ। ਸਤਿਗੁਰੂ ਜੀ ਮਹਿਰਾਮਤ ਕਰਨ। ਇਸੇ ਤਰ੍ਹਾਂ ਸਾਨੂੰ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਜੋੜਦੇ ਰਹਿਣ। ਬਾਣੇ ਬਾਣੀ ਦੇ ਧਾਰਨੀ ਬਣੀਏ, ਆਪ ਵੀ ਜੁੜੀਏ, ਹੋਰਾਂ ਨੂੰ ਵੀ ਗੁਰੂ ਦਰ ਘਰ ਦੇ ਨਾਲ ਜੋੜੀਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ। ਬੜੇ ਪਿਆਰ ਸਤਿਕਾਰ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।